ਡੀਡੀ ਪੰਜਾਬੀ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ। ਮੈਂ ਵੰਦਨਾ ਖੰਨਾ ਤੇ ਰੋਜ਼ ਦੀ ਤਰ੍ਹਾਂ ਅਖਬਾਰਾਂ ਦੀਆਂ ਖਾਸ-ਖਾਸ ਸੁਰਖੀਆਂ ਤੇ ਵਿਚਾਰ ਚਰਚਾ ਕਰਨ ਦੇ ਲਈ ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਸੀਨੀਅਰ ਪੱਤਰਕਾਰ ਰਾਕੇਸ਼ ਸ਼ਾਂਤੀਦੂਤ ਜੀ। ਆਓ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਰਾਕੇਸ਼ ਜੀ ਬਹੁਤ-ਬਹੁਤ ਸਵਾਗਤ ਤੁਹਾਡਾ। ਸੋ ਹੁਣ ਰੁਕ ਕਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਵੱਲ। ਪਹਿਲੀ ਖਬਰ ਦੀ ਜੇਕਰ ਗੱਲ ਕਰੀਏ ਤਾਂ ਕਰੋਨਾ ਮਹਾਮਾਰੀ ਦੇ ਨਾਲ ਸੰਬੰਧਿਤ ਹੈ। ਦੇਸ਼ ਦੇ ਵਿੱਚ ਕਰੋਨਾ ਪੀੜਤਾਂ ਦੀ ਜਿਹੜੀ ਗਿਣਤੀ ਹੈ 15 ਲੱਖ ਤੋਂ ਪਾਰ ਹੋ ਗਈ ਹੈ। ਹਾਲਾਂਕਿ ਠੀਕ ਹੋਣ ਦੀ ਦਰ ਜਿਹੜੀ ਹੈਗੀ ਉਹ 64% ਦੀ ਹੈਗੀ ਹੈ। ਪਰ ਸ਼ਾਂਤੀਦੂਤ ਜੀ, ਰੋਜ਼ਾਨਾ ਜਿਹੜੇ ਹੈ ਹੁਣ ਔਸਤਨ ਮਾਮਲੇ ਜਿਹੜੇ ਨੇ ਉਹ 50,000 ਤੋਂ ਵੱਧ ਆ ਰਹੇ ਨੇ। ਭਵਿੱਖ ਦੇ ਵਿੱਚ ਕਿੰਨਾ ਮੁਸ਼ਕਲਾਂ ਵਾਲੇ ਇਸ਼ਾਰਾ ਕਰਦੇ ਨੇ ਆંકੜੇ। ਦੇਖੋ ਵੰਦਨਾ ਜੀ, ਇਹ ਜਿਹੜੀ ਗੱਲ ਅਸੀਂ ਹਿੰਦੁਸਤਾਨ ਦੀ ਕੀਤੀ, ਭਾਰਤ ਦੀ ਤੁਸੀਂ ਜ਼ਿਕਰ ਕੀਤਾ ਜੀ, ਜਦੋਂ ਅਸੀਂ ਇਹਨੂੰ ਗਲੋਬਲੀ ਦੇਖਦੇ ਹਾਂ ਤਾਂ ਹਾਲੇ ਵੀ ਜਿਹੜਾ WHO ਹੈ ਉਹਦੀਆਂ ਬਹੁਤ ਸਾਰੀਆਂ ਵਾਰਨਿੰਗਸ ਨੇ ਕਿ ਇਸ ਜਿਹੜੀ ਕੁਦਰਤੀ ਇਹਨੂੰ ਆਪਾਂ ਕਰੋਪੀ ਕਹਾਂਗੇ ਵੈਸੇ ਕਿ ਇਹ ਐਡੀ ਤੇਜ਼ੀ ਨਾਲ ਵੱਧ ਰਹੀ ਹੈ ਹਾਲੇ ਵੀ ਕਿ ਇਹਦੇ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ, ਕਿਉਂਕਿ ਜਿਹੜਾ ਇਹ ਵਾਇਰਸ ਹੈ ਇਹ ਜਦੋਂ ਇਹਨੂੰ ਹਾਲਾਂਕਿ ਵੈਕਸੀਨ ਬਣ ਰਹੀ ਹੈ ਪਰ ਜਿੱਦਾਂ ਜਿੱਦਾਂ ਇਹਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਹ ਨਾ ਬਹਿਰੂਪੀਆ ਵਾਇਰਸ ਹੈ ਕਿ ਇਹ ਰੂਪ ਬਦਲਦਾ ਹੈ। ਸੋ ਇਸ ਕਰਕੇ ਹਲੇ ਉਹਨਾਂ ਨੇ ਕਿਹਾ ਕਿ ਇਹਦੇ ਅਲਰਟ ਲੰਬਾ ਹੈ, 2021 ਤੱਕ ਵੀ ਮਿਡ 2021 ਤੱਕ ਤਾਂ ਉਹਨਾਂ ਨੇ ਕਿਹਾ ਜਾ ਹੀ ਸਕਦਾ ਜੀ। ਬਿਲਕੁਲ। ਸੋ ਆਪਾਂ ਜਦੋਂ ਭਾਰਤ ਦੀ ਗੱਲ ਕਰਦੇ ਹਾਂ, ਜਿੱਦਾਂ ਤੁਸੀਂ ਜ਼ਿਕਰ ਕੀਤਾ ਕਿ ਅਬਾਊਟ 50,000 ਜਿਹੜੇ ਡੇਲੀ ਆਉਣੇ ਸ਼ੁਰੂ ਹੋ ਗਏ 24 ਘੰਟਿਆਂ ਦੇ ਵਿੱਚ ਜੀ। ਸੋ ਇਹ ਚਿੰਤਾਜਨਕ ਗੱਲ ਤਾਂ ਹੈਗੀ, ਪਰ ਨਾਲ ਨਾਲ ਜਿਸ ਤਰ੍ਹਾਂ ਤੁਸੀਂ 64% ਦੀ ਗੱਲ ਕੀਤੀ ਬਈ ਜਿਹੜੇ ਆ ਉਹ ਸੁਧਾਰ ਹੋ ਰਿਹਾ ਕਿ ਲੋਕ ਉਹ ਠੀਕ ਹੋ ਕੇ ਵੀ ਜਾ ਰਹੇ ਆ, ਇਹ ਸ਼ਾਇਦ ਜਿਹੜੀ ਭਾਰਤ ਦੀ ਜਿਹੜੀ ਇਮਿਊਨਿਟੀ ਪਾਵਰ ਲੋਕਾਂ ਦੀ ਵੈਸੇ ਮਤਲਬ ਜਿਹੜੀ ਇਮਿਊਨਿਟੀ ਬੂਸਟ ਕਰਨ ਦੀ ਅੱਜ ਗੱਲ ਚੱਲ ਰਹੀ ਹੈ, ਪਰ ਇੰਡੀਅਨਸ ਲੋਕ ਸਪਾਈਸਿਸ ਵਗੈਰਾ ਬਹੁਤ ਸਾਰੇ ਖਾਂਦੇ ਨੇ ਔਰ ਜਿਹਦੇ ਨਾਲ ਲੱਗਦਾ ਕਿ ਇਮਿਊਨਿਟੀ ਲੋਕਾਂ ਦੀ ਤਕੜੀ ਹੈ, ਪਰ ਜਿਹੜਾ ਖਤਰਾ ਇਮਿਊਨਿਟੀ ਤੋਂ ਵੀ ਜ਼ਿਆਦਾ ਹੈ। ਸੋ ਇਹਦੇ ਵਿੱਚ ਜਿਹੜੀ ਇੱਕ ਬੜੀ ਅੱਛੀ ਗੱਲ ਜਿਹੜੀ ਅਸੀਂ ਸੁਖਾਵੀਂ ਗੱਲ ਭਾਰਤ ਲਈ ਕਹਿੰਦੇ ਹਾਂ ਨਾ ਕਿ ਜਿੱਥੇ ਤੁਸੀਂ 64% ਕਿਹਾ ਬੈਟਰ ਹੋਇਆ, ਉੱਥੇ ਡੈਥ ਰੇਟ ਦੇ ਵਿੱਚ ਵੀ ਜਿਹੜਾ ਉਹ ਸੁਧਾਰ ਹੋਇਆ ਜੀ ਕਿ ਉਹ ਅਬਾਊਟ 0.4% ਜਿਹੜਾ ਉਹ ਸਾਡੀਆਂ ਜਿਹੜੀਆਂ ਮੌਤਾਂ ਵੀ ਘਟੀ, ਹਾਲਾਂਕਿ ਮੌਤਾਂ ਵੱਧ ਚੱਲ ਰਹੀਆਂ ਪਰ ਉਹਦੇ ਹਿਸਾਬ ਦੇ ਨਾਲ ਉਹ ਘਟ ਰਹੀਆਂ। ਸੋ ਭਾਰਤ ਦੇ ਲੋਕਾਂ ਨੂੰ ਤਾਂ ਇਹ ਹੈ ਵੀ ਜਿਹੜਾ ਵਿਗਿਆਨਿਕ ਲੋਕ ਲੱਗੇ ਆ, ਸੋ ਵਿਗਿਆਨਿਕ ਵੀ ਤਾਂ ਹੀ ਕਾਮਯਾਬ ਹੋ ਸਕਣਗੇ ਜੇ ਅਸੀਂ ਸਾਰੇ ਲੋਕ ਜਿਹੜੇ ਸੋਸ਼ਲ ਡਿਸਟੈਂਸ ਮੇਨਟੇਨ ਕਰਨ ਦੀ ਗੱਲ ਕੀਤੀ ਗਈ ਹੈ, ਸਾਰੇ ਜਿਹੜੇ ਸਾਡੀ ਸਰਕਾਰ ਨੇ ਜਿਹੜੇ ਸਮਾਜਿਕ ਨਿਯਮਾਂ ਨੂੰ ਲੈ ਕੇ ਕਾਨੂੰਨ ਮਤਲਬ ਆਪਦਾ ਦੇ ਦੌਰਾਨ ਜਿਹੜੀ ਇਸ ਕੁਦਰਤੀ ਸਾਡੇ 'ਤੇ ਮੁਸੀਬਤ ਹੈ ਇਸ ਦੌਰਾਨ ਜਿਹੜੇ ਲਿਆਂਦੇ ਨੇ ਨਿਯਮ, ਉਹਨਾਂ ਨੂੰ ਅਸੀਂ ਅੱਛੀ ਤਰ੍ਹਾਂ ਫੋਲੋ ਕਰਾਂਗੇ ਤਾਂ ਹੀ ਅਸੀਂ ਇਹਦੇ ਨਾਲ ਇਸ ਲੜਾਈ ਨਾਲ ਲੜ ਸਕਾਂਗੇ। ਸੋ ਸੁਖਾਵੀਆਂ ਗੱਲਾਂ ਬਹੁਤ ਸਾਰੀਆਂ ਆ ਰਹੀਆਂ ਕਿ ਜਿਸ ਤਰ੍ਹਾਂ ਇੱਕ ਆਪਣੇ ਬਹੁਤ ਪ੍ਰਸਿੱਧ ਅਭਿਨੇਤਰੀ ਹੈ, ਉਹਦੇ ਬੱਚੇ ਹੈ ਐਸ਼ਵਰਿਆ ਰਾਏ ਦੀ ਗੱਲ ਕਰਦੇ ਹਾਂ, ਉਹ ਠੀਕ ਹੋ ਕੇ ਆਪਣੇ ਘਰ ਚਲੇ ਗਏ ਨੇ। ਇਸ ਤਰ੍ਹਾਂ ਹੀ ਬਹੁਤ ਸਾਰੇ ਜਿਹੜੇ ਸਾਡੇ ਲੋਕ ਹੈ ਉਹ ਜਿਹੜੇ ਆਮ ਲੋਕ ਵੀ ਨੇ ਉਹ ਰੋਜ਼ ਠੀਕ ਹੋ ਕੇ ਵੀ ਘਰ ਜਾ ਰਹੇ ਨੇ, ਉਹਨਾਂ ਦੀ ਲੜਨ ਦੀ ਸ਼ਕਤੀ ਜਿਹੜੀ ਆ ਉਹ ਕਾਫੀ ਹੈ। ਸੋ ਅਸੀਂ ਇਹੀ ਆਸ ਕਰਦੇ ਹਾਂ ਕਿ ਅਸੀਂ ਸਾਰੇ ਲੋਕ ਜਿਹੜੇ ਭਾਰਤ ਦੇ ਹੈਗੇ ਆ, ਅਸੀਂ ਜਿਹੜੇ ਨਿਯਮ ਆਪਣੇ ਲਈ ਬਣਾਏ ਆ, ਕਿਉਂਕਿ ਅਸੀਂ ਇਹ ਲੜਾਈ ਆਪਣੇ ਲਈ ਲੜ ਰਹੇ ਹਾਂ, ਆਪਣੇ ਲਈ ਲੜ ਰਹੇ ਹਾਂ ਔਰ ਦੂਸਰੇ ਨੂੰ ਬਚਾਉਣ ਲਈ ਲੜ ਰਹੇ ਹਾਂ। ਸੋ ਅਸੀਂ ਇਹ ਦੋਵੇਂ ਜਿਹੜੀਆਂ ਗੱਲਾਂ ਪੁੰਨ ਦੀਆਂ ਗੱਲਾਂ, ਨਾਲੇ ਪੁੰਨ ਨਾਲੇ ਫਲੀਆਂ। ਸੋ ਇਸ ਕਰਕੇ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜੇ ਅਸੀਂ ਸਮਾਜਿਕ ਨਿਯਮਾਂ ਦੀ ਪਾਲਣਾ ਕਰਾਂਗੇ ਤੇ ਇਹ ਜਿਹੜਾ ਤੁਸੀਂ 64% ਵਾਲਾ ਗੱਲ ਕੀਤਾ ਕਿ ਜਿਹੜੀ ਆ ਉਹ ਠੀਕ ਹੋ ਕੇ ਜਾ ਰਹੇ ਨੇ, ਤੇ ਇਹ ਛੇਤੀ ਅਸੀਂ ਜਿਹੜਾ ਇਸ ਪਰਸੈਂਟੇਜ ਨੂੰ ਬਿਲਕੁਲ ਐਸਾ ਰੱਖ ਦਾਂਗੇ ਕਿ ਅਸੀਂ ਪੂਰੀ ਤਰ੍ਹਾਂ ਲੜਨਯੋਗ ਹੋ ਗਏ ਔਰ ਸਾਡੇ ਇਹ ਮੁਸ਼ਕਿਲ ਖਤਮ ਹੋਣ ਜਾ ਰਹੀ ਹੈ। ਬਿਲਕੁਲ ਹੀ। ਇਸ ਦੇ ਨਾਲ ਹੀ ਜੇਕਰ ਗੱਲ ਕਰੀਏ ਪੰਜਾਬ ਦੀ ਤਾਂ 24 ਘੰਟਿਆਂ ਦੇ ਵਿੱਚ 600 ਮਾਮਲੇ ਨਵੇਂ ਆਏ ਔਰ 21 ਜਿਹੜੀਆਂ ਨੇ ਉਹ ਮੌਤਾਂ ਹੋਈਆਂ ਨੇ 24 ਘੰਟਿਆਂ ਦੇ ਵਿੱਚ। ਕਿਸ ਤਰ੍ਹਾਂ ਵੇਖਦੇ ਹੋ, ਕਿਉਂਕਿ ਥੋੜ੍ਹੇ ਦਿਨ ਪਹਿਲਾਂ 500 ਦਾ ਆંકੜਾ ਚੱਲ ਰਿਹਾ ਸੀਗਾ ਔਸਤਨ, ਤੇ ਹੁਣ ਇਹ ਆંકੜਾ ਵੱਧ ਗਿਆ। ਉਹਨਾਂ ਜਦੋਂ ਅਸੀਂ ਇਹਨੂੰ 14 ਜੂਨ ਤੋਂ ਲੈ ਕੇ ਹੁਣ ਤੱਕ ਦੇਖਦੇ ਹਾਂ ਨਾ, ਜਦੋਂ ਇੱਕ ਮਹੀਨੇ ਦਾ ਪੀਰੀਅਡ ਦੇਖਦੇ ਹਾਂ ਤੇ ਫਿਰ ਇਹ ਜਿਹੜੀ ਮੌਤਾਂ ਦੀ ਗਿਣਤੀ ਹੈ ਜਿਹੜੀ 14 ਜੂਨ ਦੇ ਕਰੀਬ 147 ਮੌਤਾਂ ਹੋਈਆਂ ਸੀ, ਇਹ ਹੁਣ 300 ਤੇ ਜਾ ਕੇ ਕੋਈ 47-48 ਤੇ ਜਾ ਪਹੁੰਚੀ, ਯਾਨੀ ਕਿ ਡਬਲ ਤੋਂ ਵੀ ਵੱਧ ਆંકੜਾ ਬਣ ਗਿਆ ਜੀ। ਸੋ ਪੰਜਾਬ ਦੇ ਵਿੱਚ ਇਹ ਬੜੀ ਚਿੰਤਾ ਵਾਲੀ ਗੱਲ ਹੈ, ਕਿਉਂਕਿ ਹਲੇ ਕਿ ਕੰਪੈਰੇਟਿਵਲੀ ਜਦੋਂ ਸਟੱਡੀਜ਼ ਕਰਦੇ ਆ ਆਪਣੇ ਪੂਰੇ ਮੁਲਕ ਦੇ ਨਾਲ ਤਾਂ ਉੱਥੇ ਲੱਗਦਾ ਕਿ ਪੰਜਾਬ 'ਚ ਹਲੇ ਉਨੀ ਤੇਜ਼ੀ ਨਾਲ ਨਹੀਂ ਗਿਆ। ਬਟ ਅਸਲੀ ਗੱਲ ਇਹ ਹੈ ਕਿ ਇਹ ਜਿਹੜੇ ਮੌਤਾਂ ਦੀ ਗਿਣਤੀ ਜਿਹੜੀ ਵਧਣੀ ਹੈ, ਇਹ ਇੱਕ ਤਾਂ ਮੌਤਾਂ ਦੀ ਗਿਣਤੀ ਵਧੀ, ਕੁਝ ਜਿਹੜਾ ਸਿਸਟਮ ਦੇ ਵਿੱਚ ਜਿਹੜੀਆਂ ਪ੍ਰੋਬਲਮਸ ਆ ਰਹੀਆਂ ਉਹਨੂੰ ਲੈ ਕੇ ਵੀ ਥੋੜ੍ਹੀ ਜਿਹੀ ਲੋਕਾਂ 'ਚ ਚਿੰਤਾ ਹੈ ਕਿ ਬੈਟਰ ਅਰੇਂਜਮੈਂਟਸ ਲੋਕਾਂ ਲਈ ਕੀਤੇ ਜਾਣੇ ਚਾਹੀਦੇ ਆ। ਪਰ ਪੰਜਾਬ ਦੀ ਸਰਕਾਰ ਦੀ ਵਿੱਚ ਅੱਜ ਕੈਬਨਿਟ ਦੀ ਮੀਟਿੰਗ ਹੈ ਜਿਹਦੇ ਵਿੱਚ ਸ਼ਾਇਦ ਇਹ ਅੱਜ ਫੈਸਲਾ ਉਹਨਾਂ ਨੇ ਏਜੰਡੇ 'ਚ ਆਏ ਗੱਲ ਕਿ ਉਹਦੇ ਵਿੱਚ ਉਹਨਾਂ ਨੇ ਇਹ ਫੈਸਲਾ ਕਰਨਾ ਵੀ ਜਿਹੜਾ ਹੁਣ ਪੰਜਾਬ ਦੇ ਵਿੱਚ ਇਹ ਜਿਹੜੀ ਮੁਸ਼ਕਿਲ ਆਈ ਹੈ ਇਹਨੂੰ ਕੁਦਰਤੀ ਆਪਦਾ ਡਿਕਲੇਅਰ ਕਰ ਦਿੱਤਾ ਜਾਵੇ, ਜਿਹੜਾ ਮੁਲਕ ਦੇ ਬਹੁਤ ਸਾਰੇ ਸੂਬਿਆਂ ਨੇ ਕੀਤਾ। ਇਹਦੇ ਨਾਲ ਇਹ ਹੋਏਗਾ ਕਿ ਜਿਹੜਾ ਸੈਂਟਰ ਦੀ ਜਿਹੜੀ ਗ੍ਰਾਂਟਸ ਹੈ ਉਹਨਾਂ ਨੂੰ ਖਰਚ ਕਰਨ 'ਚ ਆਸਾਨੀ ਹੋ ਜਾਏਗੀ, ਤੇ ਜਿਹੜਾ ਸਿਸਟਮ ਹੈ, ਜਿਹੜਾ ਹੈਲਥ ਸਿਸਟਮ ਇਸ ਵੇਲੇ ਲੜ ਰਿਹਾ ਉਹ ਬੈਟਰ ਹੋ ਜਾਏਗਾ। ਔਰ ਨਾਲ ਹੀ ਨਾਲ ਜਿਹੜਾ 5 ਜ਼ਿਲ੍ਹਿਆਂ ਦੇ ਵਿੱਚ ਜਿਹੜਾ ਪੰਜਾਬ ਸਰਕਾਰ ਨੇ ਇੱਕ ਹੋਰ ਐਫਰਟ ਕੀਤਾ ਕਿ ਸਰੋਲੋਜੀਕਲ ਜਿਹੜਾ ਟੈਸਟ ਆ ਉਹ ਸ਼ੁਰੂ ਹੋ ਜਾਏਗਾ। ਉਹਦੇ ਨਾਲ ਕੀ ਹੈ ਕਿ ਲੋਕ ਜਿਹੜੇ ਇਹਨਾਂ ਗਵਰਨਮੈਂਟ ਨੇ ਤੈਅ ਕੀਤਾ ਹੈ ਕਿ ਜਿਹੜੇ ਅਲਰਟ ਜ਼ੋਨ ਨੇ, ਜਿਹੜੇ ਜਿਨ੍ਹਾਂ ਨੂੰ ਮਤਲਬ ਰੈੱਡ ਜ਼ੋਨ ਨਹੀਂ ਅਸੀਂ ਕਹਾਂਗੇ, ਜਿਹੜੇ ਹੌਟ ਸਪੌਟਸ ਨੇ, ਹੌਟ ਸਪੌਟਸ ਦੇ ਵਿੱਚ ਉਹ ਜਾਣਗੇ ਔਰ ਘਰ ਘਰ ਜਾ ਕੇ ਜਿਹੜੇ ਹੈ ਉਹ
ਪਰ ਏਰੀਆ ਜਿਹੜਾ ਹੌਟਸਪੌਟ ਹੈ, ਜੀ। ਐਵਰੀ ਜਿਹੜਾ ਹੌਟਸਪੌਟ ਆ ਉਹਦੇ ਵਿੱਚੋਂ 1500 ਦੇ ਕਰੀਬ ਲੋਕਾਂ ਨੂੰ ਇਸ ਕਿਸਮ ਦੇ ਟੈਸਟ ਲੈਣਗੇ। ਸਰੋਲੋਜੀਕਲ ਟੈਸਟ ਦੇ ਵਿੱਚ ਇਹ ਆਏਗਾ ਕਿ ਲੋਕਾਂ ਦੀ ਇਮਿਊਨਿਟੀ ਕਿੰਨੀ ਵਧੀ ਹੈ, ਜੀ। ਔਰ ਜਿਹੜੇ ਠੀਕ ਹੋ ਕੇ ਆ ਗਏ ਉਹਨਾਂ 'ਚ ਪਲਾਜ਼ਮਾ, ਕਿਉਂਕਿ ਇੱਕ ਵਿਕਲਪ ਦੇ ਤੌਰ ਤੇ ਆ ਰਿਹਾ, ਉਹਦੇ ਨਾਲ ਇਲਾਜ ਹੋਏਗਾ। ਬਿਲਕੁਲ। ਸੋ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਜਿਹੜਾ ਇਹ 5 ਜ਼ਿਲ੍ਹਿਆਂ 'ਚ ਹੋਣਾ, ਜਿਹੜੇ ਇਹਦੇ 'ਚ ਜਲੰਧਰ, ਅੰਮ੍ਰਿਤਸਰ, ਪਟਿਆਲਾ, ਲੁਧਿਆਣਾ ਔਰ ਮੋਹਾਲੀ ਹੈ ਇਹਦੇ 'ਚ। ਜੀ ਬਿਲਕੁਲ। ਔਰ ਗੱਲ ਕਰੀਏ ਦਿੱਲੀ ਦੇ ਵਿੱਚ ਕਰੋਨਾ ਦੀ, ਤਾਂ ਸੰਯੁਕਤ ਰਾਸ਼ਟਰ ਦੀ ਇੱਕ ਰਿਪੋਰਟ ਆਈ ਹੈ ਜੋ ਕਿ ਬਹੁਤ ਸੁਖਦ ਰਿਪੋਰਟ ਹੈ ਕਿ ਦਿੱਲੀ ਦੇ ਵਿੱਚ ਲੋਕਡਾਊਨ ਦੇ ਦੌਰਾਨ ਨਾਈਟ੍ਰੋਜਨ ਡਾਈਆਕਸਾਈਡ ਦਾ ਜਿਹੜਾ ਪੱਧਰ ਹੈਗਾ ਉਹ 70% ਦੀ ਉਹਦੇ 'ਚ ਗਿਰਾਵਟ ਜਿਹੜੀ ਹੈ ਦਰਜ ਕੀਤੀ ਗਈ, ਯਾਨੀ ਕਿ ਦਿੱਲੀ ਦੀ ਜਿਹੜੀ ਆਬੋ ਹਵਾ ਹੈ ਉਹ ਲੋਕਡਾਊਨ ਦੇ ਦੌਰਾਨ ਸਾਫ਼ ਹੋਈ ਹੈ। ਕਿਵੇਂ ਵੇਖਦੇ ਹੋ ਇਸ ਗੱਲ? ਸਾਡੇ ਮੁਲਕ ਦੇ ਵਿੱਚ ਜਿਹੜਾ ਦਿੱਲੀ, ਕਿਉਂਕਿ ਸਾਡੀ ਰਾਜਧਾਨੀ ਹੈ, ਅਸੀਂ ਹਮੇਸ਼ਾ ਹੀ ਜਿਹੜਾ এনवायरमेंट ਨੂੰ ਲੈ ਕੇ ਉੱਥੇ ਚਿੰਤਿਤ ਰਹੇ ਹਾਂ। ਔਰ ਜਿਹੜਾ ਇਹ ਸਾਡਾ ਵਰਲਡ ਦੇ ਨਾਲ ਜਦੋਂ ਅਸੀਂ ਪੂਰੀ ਦੁਨੀਆ ਦੇ ਨਾਲ ਇਹਦਾ ਕੰਪੈਰੀਜ਼ਨ ਕਰਦੇ ਸੀ, ਤੇ ਜਿਹੜਾ ਪੋਲਿਊਸ਼ਨ ਲੈਵਲ ਸੀ ਉਹ ਬਹੁਤ ਜ਼ਿਆਦਾ, ਦੁਨੀਆ ਦੇ ਕਈ ਦੇਸ਼ਾਂ ਤੋਂ ਅਸੀਂ ਅੱਗੇ ਉਸ ਜਗ੍ਹਾ ਤੇ ਨਿਕਲਦੇ ਸੀ, ਉਸ ਜਿਹੜਾ ਕੰਪੈਕਟ ਏਰੀਆ ਜਿਹੜਾ ਸਾਡਾ ਨੈਸ਼ਨਲ ਕੈਪੀਟਲ ਰੀਜਨ ਦਾ। ਬਿਲਕੁਲ। ਸੋ ਇਹ ਜਦੋਂ ਅਸੀਂ ਫਸਟ ਲੋਕਡਾਊਨ ਸ਼ੁਰੂ ਹੋਇਆ, ਜਦੋਂ ਅਸੀਂ ਉਹਦੇ ਚਰਨਾਂ ਦੇ ਵਿੱਚ ਇਹਨੂੰ ਕੀਤਾ, ਉਦੋਂ ਵੀ ਇਹ ਰਿਜ਼ਲਟ ਬੈਟਰ ਆ ਗਏ ਸੀ ਕਿ ਵੀ ਇਹ ਜਿਹੜਾ ਸੁਧਾਰ ਹੁੰਦਾ ਇਹਦੇ ਬੰਦ ਹੋਣ ਦੇ ਨਾਲ। ਦੂਸਰੇ ਪਾਸੇ ਜਦੋਂ ਤੁਸੀਂ ਗੱਲ ਕੀਤੀ ਹੈ ਕਿ ਕਰੋਨਾ ਨੂੰ ਲੈ ਕੇ ਵੀ ਉੱਥੇ ਬੈਟਰ ਰਿਜ਼ਲਟ ਆ ਰਿਹਾ ਦਿੱਲੀ ਦੇ ਵਿੱਚ, ਜਿੱਥੇ ਹਰ ਚੌਥਾ ਆਦਮੀ ਕਹਿੰਦੇ ਸੀ ਕਰੋਨਾ ਪੋਜ਼ਿਟਿਵ ਹੈ, ਉੱਥੇ ਸੁਧਾਰ ਦੇ ਮੁਤਾਬਕ ਜਿਹੜਾ ਠੀਕ ਹੋਣ ਦੀ ਹੈਗੀ ਉਹ ਬੜੀ ਵੱਡੀ ਗਿਣਤੀ ਹੈ। ਜੀ। ਸੋ ਇਹ ਜੇ ਇੱਕ ਗੱਲ ਨੇ ਤਾਂ ਸਾਬਤ ਕੀਤਾ ਕਿ ਜਦੋਂ ਇਸ ਕਿਸਮ ਇਸ ਭਾਵੇਂ ਇਹ ਕੁਦਰਤੀ ਮੁਸ਼ਕਲ ਹੈ, ਪਰ ਇਹਦੇ ਵਿੱਚ ਕੁਦਰਤ ਨੇ ਸਾਨੂੰ ਇਹ ਸਿਖਾਇਆ ਹੈ ਕਿ ਅਸੀਂ ਅਗਰ ਆਪਣੇ ਆਪ ਨੂੰ ਸੰਯਮ 'ਚ ਲੈ ਲਈਏ, ਆਪਣੇ ਆਪ ਨੂੰ ਸੰਤੋਖੀ ਹੋ ਜਾਈਏ, ਤੇ ਅਸੀਂ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਆਪਣੇ ਜਿਹੜੀ ਆਬੋ ਹਵਾ ਨੂੰ ਵੀ ਠੀਕ ਕਰ ਸਕਦੇ ਹਾਂ, ਆਪਣੀ ਸਿਹਤ ਨੂੰ ਵੀ ਠੀਕ ਕਰ ਸਕਦੇ ਹਾਂ। ਜਿਹੜਾ ਲੰਬਾ ਲਾਕਡਾਊਨ 3 ਮਹੀਨੇ ਦਾ ਚੱਲਿਆ, ਉਹ 'ਚੋਂ ਸਿੱਖਿਆ ਉਹਨਾਂ ਨੇ। ਸੋ ਦਿੱਲੀ ਜਿਹੜੀ ਠੀਕ ਅਗਰ ਹੋਈ ਹੈ, ਤਾਂ ਦਿੱਲੀ ਤੋਂ ਸਾਰੇ ਹਿੰਦੁਸਤਾਨ ਨੂੰ, ਜਿਹੜਾ ਪੂਰਾ ਦੇਸ਼ ਆ, ਭਾਰਤ ਹੈ, ਇਹਨੂੰ ਜਿਹੜੀ ਸਿੱਖ ਲੈਣੀ ਚਾਹੀਦੀ ਹੈ ਕਿ ਅਸੀਂ ਜਿਸ ਤਰ੍ਹਾਂ ਲਾਕਡਾਊਨ ਦੇ ਵਿੱਚ ਘੱਟੋ ਘੱਟ ਗੱਡੀਆਂ ਚਲਾ ਰਹੇ ਹਾਂ। ਹਾਲਾਂਕਿ ਦੂਸਰੇ ਪਾਸੇ ਇਹ ਵੀ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਜਿਹੜਾ ਸਾਡੀ ਸਰਕਾਰ ਨੇ, ਜਿਹੜਾ CIA ਨੇ ਜਿਹੜਾ ਲੇਟੈਸਟ ਅੰਕੜਾ ਲਿਆਂਦਾ ਇਕਨੋਮੀ ਨੂੰ ਲੈ ਕੇ, ਕਿਉਂਕਿ ਜਿਹੜਾ ਇਕਨੋਮੀ ਡਾਊਨ ਜਾ ਰਹੀ ਸੀ ਇਸ ਦੌਰ 'ਚ, ਉਹਨਾਂ ਨੇ ਕਿਹਾ ਕਿ ਇਕਨੋਮੀ ਦੀ ਰਿਕਵਰ ਹੋਣ ਦੀ ਗਤੀ ਜਿਹੜੀ ਹੈ ਉਹ ਇਸ ਤਰ੍ਹਾਂ ਹੋ ਗਈ ਹੈ ਵੀ ਉਹਦੇ ਵਿੱਚ ਕੀ ਹੈ ਕਿ ਜਿਹੜੀ ਪਰਚੇਜ਼ ਆਫ ਜਿਹੜੀ ਤੁਹਾਡੀ ਪੈਸੇਂਜਰ ਵਹੀਕਲਸ ਹੈ ਉਹ ਵਧੀ ਹੈ। ਸੋ ਇਹ ਸਾਰਾ ਕੁਝ ਜਿਹੜਾ ਸੰਤੁਲਨ ਬਣਾ ਕੇ ਰੱਖਿਆ ਜਾਣਾ ਚਾਹੀਦਾ, ਤਾਂ ਕਿ ਜੇ ਦਿੱਲੀ ਨੇ ਸੁਧਾਰ ਕੀਤਾ ਤੇ ਜਦੋਂ ਇਹ ਖੁੱਲ੍ਹ ਜਾਂਦਾ, ਸਿਸਟਮ ਐਸਾ ਬਣਨਾ ਚਾਹੀਦਾ ਹੈ ਕਿ ਜਦੋਂ ਅਸੀਂ ਇਸ ਮੁਸ਼ਕਲ 'ਚੋਂ ਨਿਕਲ ਜਾਂਦੇ ਹਾਂ, ਤਦ ਵੀ ਅਸੀਂ ਇਹਨਾਂ ਸਾਧਨਾਂ ਨੂੰ ਉੱਥੇ ਹੀ ਵਰਤੀਏ ਜਿੱਥੇ ਜ਼ਰੂਰਤ ਹੈ, ਕਿਉਂਕਿ ਇਹ ਵੀ ਸਾਡੀ ਸਿਹਤ ਲਈ ਸਭ ਤੋਂ ਜ਼ਰੂਰੀ ਚੀਜ਼ ਹੈ ਕਿ ਪੋਲਿਊਸ਼ਨ ਜਿਹੜਾ ਉਹ ਨਾ ਰਵੇ, ਵਾਤਾਵਰਨ ਸੁਖਾਵਾਂ ਹੋਵੇ, ਸੋਹਣਾ ਹੋਵੇ। ਜੀ। ਇਹ ਵੀ ਨਾਲ ਕਿਹਾ ਜਾ ਰਿਹਾ ਕਿ ਦਿੱਲੀ ਦੇ ਵਿੱਚ ਰੈਪਿਡ ਟੈਸਟ ਹੋ ਰਹੇ ਨੇ ਕਰੋਨਾ ਨੂੰ ਲੈ ਕੇ। ਦਿੱਲੀ ਦੀ ਸਰਕਾਰ ਨੇ ਨਾ ਜੋ ਦੱਸਿਆ ਜਾ ਰਿਹਾ, ਜੋ ਅਖਬਾਰਾਂ ਦੇ ਵਿੱਚ ਆਇਆ ਜਾਂ ਹੋਰ ਸਾਧਨਾਂ ਤੋਂ ਜਿਹੜੀਆਂ ਖਬਰਾਂ ਆ ਰਹੀਆਂ, ਕਿ ਉਹਦੇ ਵਿੱਚ ਉਹਨਾਂ ਨੇ ਇਸ ਗੱਲ ਦੇ ਉੱਤੇ ਬਹੁਤ ਜ਼ੋਰ ਦਿੱਤਾ ਕਿ ਰੈਪਿਡ ਟੈਸਟ ਦਾ ਮਤਲਬ ਲੋਕ ਘਰ ਘਰ ਜਾ ਕੇ ਕਰ ਰਹੇ ਆ। ਇੱਕ ਤਾਂ ਟੈਸਟ ਲੋਕ ਵਲੰਟਰੀ ਆਉਂਦੇ, ਮੇਰਾ ਟੈਸਟ ਕਰੋ। ਇੱਕ ਹੈ ਕਿ ਘਰ ਘਰ, ਜਿੱਦਾਂ ਸਾਡੇ ਇੱਥੇ ਸਰੋਲੋਜੀਕਲ ਟੈਸਟ ਦੀ ਮੈਂ ਜ਼ਿਕਰ ਕੀਤਾ, ਉਹਨਾਂ ਨੇ ਜਿਹੜਾ ਤੁਸੀਂ ਜਿਹੜਾ ਟੈਸਟ ਦੱਸਿਆ ਨਾ ਵੀ ਉਹ ਰੈਪਿਡ ਟੈਸਟ ਕਰਦੇ ਆ, ਉਹ ਹਰ ਘਰ 'ਚ ਜਾ ਕੇ ਫੌਰੀ ਜਿਹੜਾ ਸਵੈਬ ਲੈਂਦੇ ਆ ਔਰ ਫਟਾਫਟ ਉਹਦਾ ਰਿਜ਼ਲਟ ਆਉਂਦਾ। ਉਹਦੇ ਨਾਲ ਕੀ ਹੈ ਕਿ ਜਿਹੜੀ ਆਉਣ ਵਾਲੀ ਮੁਸ਼ਕਲ ਹੈ ਉਹਨੂੰ ਉਹ ਫੜ ਲੈਂਦੇ। ਤਾਂ ਦਿੱਲੀ ਗਵਰਨਮੈਂਟ ਨੇ ਜਿਹੜਾ ਇਹ ਕੰਮ ਕੀਤਾ, ਇਹ ਮਤਲਬ ਸੈਂਟਰ ਗਵਰਨਮੈਂਟ ਦੀ ਮਦਦ ਦੇ ਨਾਲ ਸਾਰਾ ਚੱਲ ਰਿਹਾ ਉੱਥੇ, ਜਿਹੜਾ ਕਿਉਂਕਿ ਜਿਹੜੀ ਸੈਂਟਰ ਦੀ ਗਵਰਨਮੈਂਟ ਸਾਰੇ ਸੂਬਿਆਂ ਦੀ ਮਦਦ ਕਰ ਰਹੀ ਹੈ। ਸੋ ਉਸ ਦ੍ਰਿਸ਼ਟੀ ਦੇ ਨਾਲ ਜਿਹੜਾ ਇਹ ਉੱਥੇ ਦਿੱਲੀ ਦੀ ਸਰਕਾਰ ਦਾ ਇਹ ਅੱਛਾ ਜਿਹੜਾ ਹੈਲਥ ਸਿਸਟਮ ਹੈ, ਉਹਨੇ ਅੱਛਾ ਕੰਮ ਕੀਤਾ ਕਿ ਇਸ ਕਿਸਮ ਦੇ ਟੈਸਟ ਕੀਤੇ ਆ, ਤਾਂ ਕਿ ਬਿਮਾਰੀ ਨੂੰ ਤੇਜ਼ੀ ਨਾਲ ਜਾਣ ਤੋਂ ਰੋਕਣ ਲਈ ਜਿਹੜਾ ਉਹ ਫਿਰ ਉਨਾ ਹੀ ਸੁਖਾਵਾਂ ਹੋ ਜਾਂਦਾ। ਜੀ ਬਿਲਕੁਲ। ਇਸ ਦੇ ਨਾਲ ਹੀ ਅਗਲੀ ਖਬਰ ਵੱਲ ਚੱਲਦੇ ਹਾਂ। SYL ਦਾ ਮੁੱਦਾ ਜਿਹੜਾ ਇੱਕ ਵਾਰ ਫੇਰ ਚਰਚਾ ਦਾ ਜਿਹੜਾ ਵਿਸ਼ਾ ਬਣ ਗਿਆ ਹੋਇਆ। ਸੁਪਰੀਮ ਕੋਰਟ ਨੇ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਨੂੰ ਇਹ ਜਿਹੜਾ ਮਸਲਾ ਹੈ ਗੱਲਬਾਤ ਰਾਹੀਂ ਸੁਲਝਾਉਣ ਲਈ ਕਿਹਾ, ਔਰ ਇਹਦੇ ਨਾਲ ਹੀ ਕੇਂਦਰ ਸਰਕਾਰ ਜਿਹੜੀ ਹੈ ਉਹਨੇ ਵੀ ਪਹਿਲ ਕਰਦੇ ਹੋਏ ਕਿਹਾ ਹੈ ਕਿ ਜਲਦੀ ਹੀ ਦੋਹਾਂ ਸੂਬਿਆਂ ਦੇ ਮੁੱਖ ਮੰਤਰੀ ਜਿਹੜੇ ਨੇ ਉਹਨਾਂ ਦੇ ਵਿੱਚ ਗੱਲਬਾਤ ਜਿਹੜੀ ਹੈ ਕਰਵਾਈ ਜਾਏਗੀ। ਅਗਸਤ ਦੇ ਵਿੱਚ ਗੱਲਬਾਤ ਕਰਵਾਉਣ ਦੀ ਗੱਲ ਕੀਤੀ ਗਈ ਹੈ। ਕਿਵੇਂ ਵੇਖਦੇ ਹੋ ਇਸ ਨੂੰ? ਦੇਖੋ, ਇਹ ਜਿਹੜਾ ਸਤਲੁਜ ਯਮੁਨਾ ਲਿੰਕ ਨਹਿਰ ਹੈ, ਇਹ ਬਹੁਤ ਪੁਰਾਣਾ ਇਸ਼ੂ ਹੋ ਗਿਆ। ਯਾਨੀ ਇਹ ਲਗਭਗ ਜਿਹੜਾ ਇਹਨੂੰ ਅਗਰ ਆਪਾਂ ਲਈਏ ਤਾਂ 2002 ਤੋਂ ਇਹ ਚੱਲਿਆ ਆ ਰਿਹਾ, ਜਦੋਂ ਇਹ ਤੈਅ ਹੋਇਆ ਸੀ ਕਿ ਜਿਹੜਾ ਪਾਣੀ ਹੈ ਉਹ ਹਰਿਆਣਾ ਔਰ ਪੰਜਾਬ ਦੇ ਵਿੱਚ ਇੱਕ ਕਰਾਰ ਹੋਇਆ ਸੀ ਕਿ ਜਿਹੜਾ ਪੰਜਾਬ ਦਾ ਪਾਣੀ ਹੈ ਉਹ ਹਰਿਆਣੇ ਨੂੰ ਵੀ ਦਿੱਤਾ ਜਾਵੇ। ਉਹ 'ਚ SYL ਨਹਿਰ, ਜਿਹਦਾ ਜ਼ਿਕਰ ਸਤਲੁਜ ਯਮੁਨਾ ਲਿੰਕ ਨਹਿਰ ਜਿਹਨੂੰ ਕਹਿੰਦੇ ਆ, ਉਹ 'ਚ ਹਰਿਆਣੇ ਨੇ ਆਪਣਾ ਹਿੱਸਾ ਪੂਰਾ ਕਰ ਲਿਆ ਸੀ, ਪਰ ਪੰਜਾਬ ਦਾ ਹਾਲੇ ਚੱਲ ਰਿਹਾ ਸੀ। ਹਰਿਆਣਾ ਲਗਾਤਾਰ ਕਹਿੰਦਾ ਸੀ ਕਿ ਜਲਦੀ ਤੋਂ ਜਲਦੀ ਕਰੋ, ਪਰ ਅਲਟੀਮੇਟਲੀ ਜਿਹੜਾ ਪੰਜਾਬ ਦੇ ਵਿੱਚ ਜਿਹੜੀ ਪਾਣੀ ਦੀ ਸਮੱਸਿਆ ਹੈ, ਇਹਨੂੰ ਲੈ ਕੇ ਕਿਸਾਨ ਵੀ ਚਿੰਤਤ ਹੈ, ਸਰਕਾਰ ਵੀ ਚਿੰਤਤ ਹੈ, ਕਿਉਂਕਿ ਪੰਜਾਬ ਦੇ ਕੋਲ ਉਨਾ ਪਾਣੀ ਹੈ ਨਹੀਂ ਜਿਹਦੇ ਨਾਲ ਉਹ ਦਿੱਤਾ ਜਾ ਸਕੇ। ਪਰ ਹੁਣ ਸੁਪਰੀਮ ਕੋਰਟ ਦੇ ਜਿਹੜੇ ਫੈਸਲੇ ਦੇ ਅਨੁਸਾਰ ਇਹਨੂੰ ਦਿੱਤਾ ਜਾ ਸਕਣਾ। ਪਰ ਇਸ ਦੌਰਾਨ ਕੀ ਹੋਇਆ ਕਿ ਵਿੱਚ ਜਦੋਂ ਪੰਜਾਬ ਦੀ ਸਰਕਾਰ ਨੇ ਇੱਕ ਵਾਰੀ ਇਹ ਕੀਤਾ ਸੀ ਵੀ ਸਾਰੇ ਕਰਾਰ ਜਿਹੜੇ ਆ ਪਿਛਲੇ ਉਹ ਰੱਦ ਕਰਤੇ ਸੀ, ਔਰ ਜਿਹੜੀ ਸਤਲੁਜ ਯਮੁਨਾ ਲਿੰਕ ਨਹਿਰ ਦਾ ਜਿਹੜਾ ਪੰਜਾਬ ਦਾ ਹਿੱਸਾ ਸੀ ਉਹਨੂੰ ਬਣਾਉਣ ਲਈ ਜਿਹੜੀ ਜਗ੍ਹਾ ਅਕਵਾਇਰ ਕੀਤੀ ਸੀ, ਉਸ ਜਗ੍ਹਾ ਨੂੰ ਸਰਕਾਰ ਨੇ ਸਾਰੇ ਕਿਸਾਨਾਂ ਨੂੰ ਵਾਪਸ ਕਰਤਾ ਸੀ। ਸੋ ਹੁਣ ਸਰਕਾਰ ਦਾ ਜਿੱਦਾਂ ਸੁਪਰੀਮ ਕੋਰਟ ਨੇ ਕਿਹਾ ਕਿ ਇਹਨੂੰ ਬੈਠ ਕੇ ਸਿਖਰ ਪੱਧਰੀ ਜਿਹੜਾ ਤੁਹਾਡਾ ਰਾਜਨੀਤਿਕ ਸਿਖਰ ਪੱਧਰੀ ਜਿਹੜੇ ਤੁਹਾਡੀ ਗੱਲਬਾਤ ਹੋਣੀ ਚਾਹੀਦੀ ਜਿਸ 'ਚ ਰਿਜ਼ਲਟ ਨਿਕਲੇ। ਪਰ ਹੁਣ ਪੰਜਾਬ ਦਾ ਕਹਿਣਾ ਇਹ ਹੈਗਾ ਕਿ ਠੀਕ ਹੈ, ਸੁਪਰੀਮ ਕੋਰਟ ਦਾ ਫੈਸਲਾ ਆ ਗਿਆ ਜਿਹਨੂੰ ਮੰਨਣਯੋਗ ਹੁੰਦਾ, ਕਿਉਂਕਿ ਸੁਪਰੀਮ ਕੋਰਟ ਮਾਣਯੋਗ ਸਾਡੀ ਸਭ ਤੋਂ ਵੱਡੀ ਅਦਾਲਤ ਹੈ। ਪਰ ਉਹ ਇਹ ਕਹਿ ਰਿਹਾ ਕਿ ਹੁਣ ਹਾਲਾਤ ਬਦਲੇ ਆ। ਇਹਨਾਂ ਹਾਲਾਤਾਂ ਦੇ ਵਿੱਚ ਇੱਕ ਤਾਂ ਅਸੀਂ ਇਹ ਐਨਾਲਿਸਿਸ ਕਰ ਰਹੇ ਹਾਂ ਕਿ ਸਤਲੁਜ ਦੇ ਵਿੱਚ ਪਾਣੀ ਕਿੰਨਾ ਰਹਿ ਗਿਆ, ਔਰ ਨਾਲ ਇਹ ਕਹਿ ਰਹੇ ਅੱਜ ਤੱਕ ਜਿਹੜੀ ਸਰਕਾਰ ਦੇ ਇੱਕ ਜਿਹੜਾ ਪਾਰਟੀ ਰਾਜ ਕਰ ਰਹੀ ਹੈ ਉਹਦੇ ਬੁਲਾਰੇ ਨੇ ਇਹ ਕਿਹਾ ਵੀ ਉਹਦਾ ਜਿਹੜੀ ਪੰਜਾਬ ਦਾ ਜਿਹੜਾ ਪਾਣੀ, ਹਾਲੇ ਕਿ ਉਹਨਾਂ ਕਿਹਾ ਸੀ ਹਿਊਮੈਨਿਟੇਰੀਅਨ ਗਰਾਊਂਡ ਤੇ ਪੰਜਾਬ ਹਮੇਸ਼ਾ ਪੂਰੀ ਦੁਨੀਆ ਦੀ ਮਦਦ ਕਰਨੀ ਚਾਹੁੰਦਾ,
ਪਰ ਜਦੋਂ ਸਾਡੇ ਕੋਲ ਹੀ ਨਹੀਂ ਤੇ ਅਸੀਂ ਕਿੱਦਾਂ ਦੇਵਾਂਗੇ। ਸੋ ਉਹਨਾਂ ਨੇ ਕਿਹਾ ਕਿ ਅਸੀਂ ਸਤਲੁਜ ਦੇ ਅੰਦਰ ਜਿਹੜਾ ਵਾਟਰ ਲੈਵਲ ਸਾਡੇ ਕੋਲ ਕਿੰਨਾ ਪਾਣੀ ਕਿੰਨਾ ਆ ਰਿਹਾ, ਉਸ ਹਾਲਾਤ ਮੁਤਾਬਕ ਅਸੀਂ ਸਾਡੇ ਕੋਲ ਪਾਣੀ ਆਪਣੇ ਜਗ੍ਹਾ ਨਹੀਂ ਅਸੀਂ ਦੇ ਨਹੀਂ ਸਕਾਂਗੇ। ਇਸੇ ਕਰਕੇ ਉਹਨਾਂ ਨੇ ਇਹ ਕਿਹਾ ਵੀ ਜਿਹੜੀ ਅਸੀਂ ਸੁਪਰੀਮ ਕੋਰਟ ਨੂੰ ਇਹ ਚੀਜ਼ ਦੱਸਾਂਗੇ ਕਿ ਇਹਨਾਂ ਹਾਲਾਤਾਂ ਦੇ ਵਿੱਚ, ਕਿਉਂਕਿ ਜ਼ਮੀਨਾਂ ਵਾਪਸ ਕਰ ਚੁੱਕੇ ਆ, ਰੀਕਵਾਇਰ ਕਰਨੀਆਂ ਪੈਣਗੀਆਂ। ਸੋ ਇਹ ਜਿਹੜਾ ਮੁੱਦਾ ਹੈ ਹਲੇ ਮੈਨੂੰ ਲੱਗਦਾ ਨਹੀਂ ਕਿ ਛੇਤੀ ਨਿਪਟੇਗਾ, ਕਿਉਂਕਿ ਜੇ ਦੁਬਾਰਾ ਤੋਂ ਪੰਜਾਬ ਨੂੰ ਇਸ ਜਗ੍ਹਾ ਤੇ ਬਾਉਂਡ ਹੋਣਾ ਪੈਂਦਾ ਤੇ ਨਹਿਰ ਬਣਾਉਣ ਲਈ ਫਿਰ ਤੋਂ ਜ਼ਮੀਨਾਂ ਅਕਵਾਇਰ ਕਰਨੀਆਂ ਪੈਣਗੀਆਂ, ਲੰਬਾ ਸਮਾਂ ਲੰਘੇਗਾ। ਸੋ ਇਹਦੀ ਮੁਸ਼ਕਲ ਇਹ ਹੈ ਕਿ ਹਮੇਸ਼ਾ ਪੋਲੀਟੀਕਲ ਇਸ਼ੂ ਵੀ ਬਣਦਾ ਆ ਰਿਹਾ। ਸੋ ਚਾਹੀਦਾ ਤੇ ਇਹ ਹੈ ਕਿ ਛੇਤੀ ਤੋਂ ਛੇਤੀ ਹੱਲ ਨਿਕਲੇ, ਪਰ ਦੂਸਰੇ ਪਾਸੇ ਸਿਧਾਂਤਕ ਗੱਲ ਵੀ ਇਹ ਹੈ, ਕਿਉਂਕਿ ਪੰਜਾਬ ਦਾ ਕਹਿਣਾ ਕਿ ਰਿਪੇਰੀਅਨ ਜਿਹੜਾ ਲਾਅ ਹੈ, ਰਿਪੇਰੀਅਨ ਲਾਅ ਦੇ ਮੁਤਾਬਕ ਹੁੰਦਾ ਕਿ ਜਿੱਥੋਂ ਪਾਣੀ ਲੰਘ ਰਿਹਾ ਜਿਸ ਸੂਬੇ 'ਚ ਉਹਦਾ ਪਹਿਲਾ ਅਧਿਕਾਰ ਹੈ। ਤੇ ਜੇ ਸਾਡੇ ਕੋਲ ਪਾਣੀ ਨਹੀਂ, ਮਤਲਬ ਪੰਜਾਬ ਦੇ ਕੋਲ ਪਾਣੀ ਨਹੀਂ ਹੈ, ਤੇ ਉਹ ਕਿਸੇ ਦੂਸਰੇ ਸੂਬੇ ਨੂੰ ਦੇਗਾ ਕਿੱਦਾਂ? ਸੋ ਇਹ ਹੁਣ ਦੇਖੋ ਸੁਪਰੀਮ ਕੋਰਟ 'ਚ ਪੰਜਾਬ ਸਰਕਾਰ ਕੀ ਆਪਣਾ ਲੈ ਕੇ ਜਾਂਦੀ ਹੈ ਇਹਦਾ, ਕਿਉਂਕਿ ਸੁਪਰੀਮ ਕੋਰਟ ਦੀ ਜਿਹੜੀ ਅਗਲੀ ਸੁਣਵਾਈ ਹੈ ਉਹ ਬਹੁਤ ਜਲਦੀ ਰੱਖੀ ਗਈ ਹੈ ਦੁਬਾਰਾ। ਤਾਂ ਉਹਦੇ ਨਾਲ ਮੈਨੂੰ ਲੱਗਦਾ ਕਿ ਜਿਹੜੀ ਪੰਜਾਬ ਸਰਕਾਰ ਹੈ ਪਹਿਲਾਂ ਇਸ ਗੱਲ ਨੂੰ ਤਾਂ ਪ੍ਰੈਫਰ ਕਰੇਗੀ ਕਿ ਪਹਿਲਾਂ ਸਾਡੇ ਕੋਲ ਆਪਣੇ ਜੋਗਾ ਪਾਣੀ ਹੋਵੇ, ਫਿਰ ਹੀ। ਸੋ ਐਸਾ ਹੀ ਮੈਨੂੰ ਲੱਗਦਾ ਉਹ ਬਣਾ ਕੇ ਲਿਜਾਏਗੀ ਕੁਝ। ਬਿਲਕੁਲ, ਰਾਜਸਥਾਨ ਦੇ ਵਿੱਚ ਵੀ ਜਿਹੜਾ ਸਿਆਸੀ ਮਸਲਾ ਉਹ ਹੱਲ ਹੁੰਦਾ ਨਜ਼ਰ ਨਹੀਂ ਆ ਰਿਹਾ। ਰਾਜਸਥਾਨ ਦੇ ਜਿਹੜੇ ਮੁੱਖ ਮੰਤਰੀ ਨੇ ਗਹਿਲੋਤ 31 ਨੂੰ ਹੀ ਵਿਧਾਨ ਸਭਾ ਸੈਸ਼ਨ ਕਰਵਾਉਣ ਦੀ ਮੰਗ ਤੇ ਜਿਹੜੇ ਅੜੇ ਹੋਏ ਨੇ। ਰਾਜਪਾਲ ਨੂੰ ਉਹਨਾਂ ਨੇ ਤੀਜੀ ਤਜਵੀਜ਼ ਵੀ ਭੇਜੀ ਔਰ ਤਜਵੀਜ਼ ਦੇ ਵਿੱਚ ਉਹਨਾਂ ਨੇ ਭਰੋਸੇ ਦੀ ਵੋਟ ਦਾ ਹਾਲਾਂਕਿ ਕੋਈ ਜ਼ਿਕਰ ਨਹੀਂ ਕੀਤਾ, ਪਰ ਮੰਗ ਤੇ ਅੜੇ ਹੋਏ ਨੇ। ਮਸਲਾ ਕਿੱਧਰ ਨੂੰ ਜਾ ਰਿਹਾ? ਦੇਖੋ ਮਸਲਾ ਤਾਂ ਬਹੁਤ ਫਸ ਗਿਆ ਜੀ, ਕਿਉਂਕਿ ਹੁਣ ਜਿਹੜਾ ਇਹ ਰਾਜਪਾਲ ਤੇ ਸਰਕਾਰ 'ਚ ਸਿੱਧਾ ਮਸਲਾ ਫਸ ਗਿਆ। ਅੱਛਾ, ਇੱਕ ਬੜੀ ਹੋਰ ਸਾਡੇ ਜਿਹੜੀ ਹੈ ਨਾ, ਜਿਹੜੀ ਦੁੱਖ ਵਾਲੀ ਗੱਲ ਹੁੰਦੀ ਜਿਹਨੂੰ ਕਿਹਾ ਜਾਂਦਾ ਕਿ ਅਸੀਂ ਜਿਸ ਇੱਕ ਸਿਸਟਮ ਦੇ ਵਿੱਚ ਅਸੀਂ ਮੁਲਕ ਨੂੰ ਚਲਾ ਰਹੇ ਹਾਂ, ਸਾਡੇ ਸੰਵਿਧਾਨ ਦੇ ਮੁਤਾਬਕ ਚੱਲਦਾ, ਔਰ ਅਕਸਰ ਹੁਣ ਕੀ ਹੁੰਦਾ ਕਿ ਜਿਹੜੀਆਂ ਵਿਧਾਨ ਸਭਾਵਾਂ ਜਾਂ ਜਿਹੜੀਆਂ ਲੋਕ ਸਭਾਵਾਂ ਹੁੰਦੀਆਂ, ਜਿਹੜੇ ਲੈਜਿਸਲੇਟਰ ਲੋਕ ਨੇ, ਜਿਹੜੇ ਲਾਅ ਬਣਾਉਂਦੇ ਨੇ, ਉਹਨਾਂ ਦੇ ਫੈਸਲਿਆਂ ਨੂੰ ਲੈ ਕੇ ਅਦਾਲਤ ਜਾਣਾ ਪੈਂਦਾ ਹੈ। ਔਰ ਅਦਾਲਤ ਜਦੋਂ ਫੈਸਲਾ ਕਰਕੇ ਵਾਪਸ ਭੇਜਦੀ ਹੈ ਤੇ ਫਿਰ ਕਈ ਸਵਾਲ ਖੜੇ ਹੁੰਦੇ ਆ ਕਿ ਕੀ ਲੈਜਿਸਲੇਟਰ ਕਾਨੂੰਨ ਨੂੰ ਨਹੀਂ ਜਾਣਦੇ, ਕਿਉਂਕਿ ਜਿਹੜੀਆਂ ਕੋਰਟਸ ਨੇ, ਕੋਰਟਸ ਤਾਂ ਉਸ ਕਨਸਟੀਟਿਊਸ਼ਨ ਉਸ ਲਾਅ ਦੇ ਦਾਇਰੇ 'ਚ ਹੀ ਫੈਸਲੇ ਕਰਦੀਆਂ। ਸੋ ਇਹ ਸੁਪਰੀਮ ਕੋਰਟ ਤੋਂ ਹੁਣ ਆ ਕੇ ਵਾਪਸ ਆ ਗਿਆ। ਸੁਪਰੀਮ ਕੋਰਟ ਨੇ ਕਹਿਤਾ ਵੀ ਅਲਟੀਮੇਟਲੀ ਹੁਣ ਜਿਹੜਾ ਇਹ ਫੈਸਲਾ ਸੁਪਰੀਮ ਕੋਰਟ ਤੱਕ ਵੀ ਗਿਆ ਸੀ, ਸੁਪਰੀਮ ਕੋਰਟ ਨੇ ਉਹਨੂੰ ਰੀਡਾਇਰੈਕਟ ਕੀਤਾ ਸੀ, ਤਾਂ ਉਹ ਫਿਰ ਜਦੋਂ ਹਾਈ ਕੋਰਟ ਨੇ ਉਹ ਫੈਸਲਾ ਹੋਇਆ ਫਿਰ ਉਹਨਾਂ ਨੇ ਆਪਣੀ ਐਪਲੀਕੇਸ਼ਨ ਸੁਪਰੀਮ ਕੋਰਟ 'ਚੋਂ ਵਾਪਸ ਲੈ ਲਈ। ਸੋ ਹੁਣ ਕੀ ਹੋਇਆ ਕਿ ਹੁਣ ਉਹਨਾਂ ਨੇ ਜਿਹੜਾ ਆਪਸ 'ਚ ਗਿਮਿਕਸ ਚੱਲ ਰਹੇ ਆ, ਪੋਲੀਟੀਕਲ ਗਿਮਿਕਸ, ਹੁਣ ਗਹਿਲੋਤ ਉਹਨਾਂ ਨੇ ਜਦੋਂ ਵਾਪਸ ਅਮੈਂਡਮੈਂਟ ਕਰਕੇ ਭੇਜਿਆ ਕਿ ਅਸੀਂ ਜਿਹੜਾ ਸੈਸ਼ਨ ਤੱਕ ਕਰਾਉਣਾ ਹੀ ਚਾਹੁੰਦੇ ਹਾਂ, ਪਰ ਉਹਨਾਂ ਨੇ ਨਾਲ ਇਹ ਕਿਹਾ ਕਿ ਤੁਸੀਂ ਡੇਟ ਡਿਕਲੇਅਰ ਕਰੋ, 21 ਦਿਨ ਦੀ ਗੱਲ ਨਾ ਕਰੋ। ਉਹਨਾਂ ਰਾਜਪਾਲ ਨੂੰ ਕਿਹਾ ਕਿ ਤੁਸੀਂ ਡੇਟ ਦਿਓ ਕਿ ਕਿਹੜੀ ਡੇਟ ਨੂੰ ਕਰਾਈਏ। ਤਾਂ ਉਹ ਡੇਟ ਦੇਣ ਦੇ ਪਿੱਛੇ ਕਿਹੜੀ ਪੋਲੀਟੀਕਲ ਜਿਹੜੀ ਹੈ ਉਹ ਛੁਪੀ ਹੋਈ ਹੈ ਕਿ ਉਹ ਰਾਜਪਾਲ ਦੇ ਮੂੰਹੋਂ ਕਰਾਉਣਾ ਚਾਹੁੰਦੇ ਆ। ਸੋ ਇਹ ਜਿਹੜੀਆਂ ਗੱਲਾਂ, ਇਹ ਜਦੋਂ ਡੈਮੋਕ੍ਰੇਸੀ ਦੇ ਵਿੱਚ ਲੋਕ ਚੁਣਦੇ ਆ ਨਾ ਜੀ ਲੋਕਾਂ ਨੂੰ, ਉਦੋਂ ਮੈਨੂੰ ਲੱਗਦਾ ਵੀ ਇਹ ਲੋਕਾਂ ਨੂੰ ਅਣਸੁਖਾਵੀਂ ਜੀ ਗੱਲ ਲੱਗਦੀ ਹੈ ਕਿ ਅਸੀਂ ਜਿਹੜੇ ਲੋਕਾਂ ਨੂੰ ਚੁਣ ਕੇ ਭੇਜਿਆ ਸੀ ਆਪਣੇ ਲਈ, ਉਹ ਜਾ ਕੇ ਆਪਣੇ ਸਵਾਰਥਾਂ ਲਈ ਇੱਧਰ ਉੱਧਰ ਕਰਕੇ ਸਰਕਾਰਾਂ ਨੂੰ ਜਿਹੜਾ ਮਤਲਬ ਅਸਥਾਈ ਹਿਲਾਉਂਦੇ ਆ, ਔਰ ਉਹਦੇ ਵਿੱਚ ਜਿਹੜੀ ਹੈ ਮੁਲਕ ਨੂੰ ਤਾਂ ਮੁਸ਼ਕਲ ਹੁੰਦੀ ਹੈ। ਸੋ ਸਾਰੇ ਲੋਕਾਂ ਨੂੰ ਇਹ ਚਾਹੀਦਾ ਕਿ ਅਸੀਂ ਸੰਵਿਧਾਨ ਦੇ ਦਾਇਰੇ 'ਚ ਕੰਮ ਕਰਕੇ ਜਿਹੜਾ ਮੁਲਕ ਨੂੰ ਚਲਾਉਣ ਦੀ ਗੱਲ ਕਰੀਏ, ਕਿਉਂਕਿ ਮੁਲਕ ਬਿਹਤਰ ਚੱਲੇਗਾ ਤਾਂ ਸਾਰਾ ਕੁਝ ਬਿਹਤਰ ਹੋਏਗਾ। ਸੋ ਸਿਆਸੀ ਹਿੱਤ ਜਿਹੜੇ ਆ ਮੈਨੂੰ ਲੱਗਦਾ ਪਿੱਛੇ ਸੁੱਟਣੇ ਚਾਹੀਦੇ ਆ ਔਰ ਕਨਸਟੀਟਿਊਸ਼ਨ ਨੂੰ ਸੁਪਰੀਮ ਮੰਨਣਾ ਚਾਹੀਦਾ। ਜੀ ਬਿਲਕੁਲ। ਇਸ ਦੇ ਨਾਲ ਅਗਲੀ ਖਬਰ ਵੱਲ ਚੱਲਦੇ ਹਾਂ। ਅੱਜ ਅੰਬਾਲਾ 에ਅਰਬੇਸ ਰਨਵੇ ਤੇ ਰਾਫੇਲ ਲੜਾਕੂ ਜਹਾਜ਼ ਜਿਹੜੇ ਨੇ ਉਹ ਪਹੁੰਚ ਜਾਣਗੇ ਔਰ ਪਹਿਲਾ ਬੈਚ ਜਿਹੜਾ ਹੈ ਭਾਰਤ ਦੇ ਕੋਲ ਮੌਜੂਦ ਹੋਏਗਾ। ਇਹ ਮਸਲੇ ਦੀ ਗੱਲ ਕਰਨੀ ਇਸ ਲਈ ਵੀ ਜ਼ਰੂਰੀ ਹੈ ਕਿਉਂਕਿ ਬਹੁਤ ਕੰਟਰੋਵਰਸ਼ੀਅਲ ਮਸਲਾ ਰਿਹਾ ਹੈ, ਬਹੁਤ ਇਹਦੇ ਉੱਪਰ ਵਿਵਾਦਿਤ ਜਿਹੜੇ ਬਿਆਨ ਆਉਂਦੇ ਰਹੇ ਨੇ, ਬਹੁਤ ਸਾਰੇ ਵਿਵਾਦ ਚੱਲਦੇ ਰਹੇ ਨੇ। ਕਿਵੇਂ ਵੇਖਦੇ ਹੋ ਇਸ ਪੂਰੇ ਮਸਲੇ ਨੂੰ? ਦੇਖੋ, ਜਦੋਂ ਅਸੀਂ ਮੁਲਕ ਦੀ ਸੁਰੱਖਿਆ ਦੀ ਗੱਲ ਕਰਦੇ ਹਾਂ ਤਾਂ ਵੈਸੇ ਭਾਰਤ ਜਿਹੜਾ ਉਹ ਸਾਮਰਿਕ ਸ਼ਕਤੀ ਦੇ ਤੌਰ ਤੇ ਇਸ ਵੇਲੇ ਦੁਨੀਆ ਦੀਆਂ ਪਹਿਲੀਆਂ 5-6 ਤਾਕਤਾਂ 'ਚ ਆ ਚੁੱਕਾ ਹੈ ਜੀ। ਤੇ ਇਹ ਰਾਫੇਲ ਜਿਹੜੇ ਆ, ਨੋ ਡਾਊਟ ਕਿ ਤੁਸੀਂ ਕਿਹਾ ਵੀ ਇਹ ਕੰਟਰੋਵਰਸੀ ਦੀ ਖਰੀਦ ਦੇ ਕੰਟਰੋਵਰਸੀ ਸ਼ੁਰੂ ਹੋਈ ਸੀ ਕਿ ਜਿਹਦਾ ਹੁਣ ਰੇਟ ਕਿਉਂ ਵਧਾ ਦਿੱਤਾ ਗਿਆ, ਉਹਦੇ ਫਿਰ ਉਹਨਾਂ ਨੇ ਜਿਹੜੀਆਂ ਕਲੈਰੀਫਿਕੇਸ਼ਨਸ ਆ ਗਈਆਂ ਸੀ ਕਿ ਅੱਜ ਜਿਹੜਾ ਰਾਫੇਲ ਹੈ ਇਹ ਬਹੁਤ ਭਰੀਆਂ ਜਿਹੜੀਆਂ ਮਿਜ਼ਾਈਲਾਂ ਲੈ ਕੇ ਵੀ ਬਹੁਤ ਸੈਂਕੜੇ ਹਜ਼ਾਰਾਂ ਕਿਲੋਮੀਟਰ ਤੱਕ ਵੀ ਸੁੱਟਣ ਦੀ ਤਾਕਤ ਰੱਖਦਾ ਜੀ। ਸੋ ਇਹਦੀਆਂ ਜਿਹੜੀਆਂ ਖੂਬੀਆਂ ਦੇ ਨਾਲ ਉਹਨਾਂ ਦੱਸਿਆ ਕਿ ਜਿਹੜੀਆਂ ਨਵੀਆਂ ਅਟੈਚਮੈਂਟਸ ਹੋਈਆਂ ਨੇ ਉਹਦੇ ਕਰਕੇ ਇਹਦਾ ਰੇਟ ਵਧਿਆ। ਪਰ ਇਹ ਵੈਸੇ 36 ਰਾਫੇਲ ਇੰਡੀਆ ਨੇ ਖਰੀਦਣੇ ਆ ਫਰਾਂਸ ਦੇ ਕੋਲੋਂ, ਜਿਹੜਾ ਪੈਕਟ ਹੋਇਆ ਹੈਗਾ, ਪਰ ਉਹਦੇ ਵਿੱਚ ਜਿਹੜੇ 5 ਜਦੋਂ ਆ ਰਹੇ ਆ, ਇਹ ਐਸਾ ਜਿਹੜਾ ਇੱਕ ਖੁਸ਼ਨੁਮਾ ਮਾਹੌਲ ਬਣ ਰਿਹਾ ਜਾਂ ਲੋਕਾਂ ਦਾ ਜਿਹੜਾ ਇੱਕ ਗੌਰਵਮਈ ਲੱਗ ਰਿਹਾ, ਲੋਕਾਂ ਨੂੰ ਕਿ ਮਾਣ ਮਹਿਸੂਸ ਕਰ ਰਹੇ ਆ, ਉਹ ਇਸ ਵੇਲੇ ਹੈ ਕਿਉਂਕਿ ਇਸ ਵੇਲੇ ਜਿਹੜਾ ਸੈਂਸਿਟਿਵ ਜਿਹਾ ਮਾਹੌਲ ਬਣਿਆ ਹੋਇਆ, ਬੜਾ ਸੰਵੇਦਨਸ਼ੀਲ ਮਾਹੌਲ ਹੈ, ਕਿਉਂਕਿ ਚਾਈਨਾ ਦੇ ਨਾਲ ਵੀ ਸਾਡੀ ਪ੍ਰੋਬਲਮ ਚੱਲ ਰਹੀ ਹੈ, ਪਾਕਿਸਤਾਨ ਵੀ ਸਾਨੂੰ ਜੀਣ ਨਹੀਂ ਦੇ ਰਿਹਾ। ਸੋ ਐਸੇ ਮਾਹੌਲ ਦੇ ਵਿੱਚੋਂ ਜਦੋਂ ਇਹ 5 ਆ ਰਹੇ ਆ ਜਿਹੜੇ ਬਹੁਤ ਮਤਲਬ ਬਿਲਕੁਲ ਅਲਟਰਾ ਮਾਡਰਨ ਔਰ ਬਹੁਤ ਪਾਵਰਫੁਲ ਜਿਹੜੇ ਉਹ ਹੈਗੇ ਨੇ ਰਾਫੇਲ ਫਾਈਟਰ ਜਿਹੜੇ, ਇਹਦੇ ਨਾਲ ਇਹ ਹੈ ਕਿ ਸਾਡੀ ਜਿਹੜੀ ਸ਼ਕਤੀ ਵੱਧ ਜਾਏਗੀ। ਔਰ ਸਾਡੇ ਇੱਥੇ ਪੰਜਾਬ ਲਈ ਇਹਦੀ ਬੜੀ ਇੱਕ ਹੋਰ ਇਹਦੇ ਨਾਲ ਗੱਲ ਜੁੜਦੀ ਹੈ ਕਿ ਪੰਜਾਬ ਕਿਵੇਂ ਇਹਦੇ 'ਤੇ ਮਾਣ ਕਰੇ ਕਿ ਅੱਜ ਜਦੋਂ ਇਹਨੇ ਫਸਟ ਲੈਂਡਿੰਗ ਜਿਹੜੀ ਹੋਣੀ ਹੈ, ਉਹ ਜਿਹੜਾ ਸ਼ੌਰਯ ਚੱਕਰ ਵਿਜੇਤਾ ਹਰਕੀਰਤ ਸਿੰਘ ਆਪਣੇ ਪੰਜਾਬ ਜਲੰਧਰ ਦੇ ਨੇ ਖਾਸ ਤੌਰ 'ਤੇ, ਉਹਨਾਂ ਨੇ ਫਸਟ ਲੈਂਡ ਕਰਾਉਣਾ। ਔਰ ਇਹਨੇ ਜਦੋਂ ਅੰਬਾਲਾ ਏਅਰਪੋਰਟ 'ਤੇ ਅੱਜ 2 ਵਜੇ ਦੇ ਕਰੀਬ ਲੈਂਡ ਹੋਏਗਾ, ਤਾਂ ਜਦੋਂ ਫਸਟ ਲੈਂਡਿੰਗ ਹੋਏਗੀ ਉਹਨਾਂ ਨੂੰ ਜਿਹੜਾ ਵਾਟਰ ਸਲੂਟ ਦਿੱਤਾ ਜਾਏਗਾ। ਵਾਟਰ ਸਲੂਟ ਆਪਣੇ ਆਪ 'ਚ ਏਅਰ ਫੋਰਸ ਦੇ ਵਿੱਚ ਬਹੁਤ ਸਭ ਤੋਂ ਜਿਹੜਾ ਟੌਪ ਜਿਹੜਾ ਸਨਮਾਨ ਹੁੰਦਾ ਉਹ ਹੁੰਦਾ। ਸੋ ਰਾਫੇਲ ਦੇ ਉੱਪਰ ਜਿਹੜਾ ਵੈਸੇ ਤਾਂ ਯੁੱਧ ਨਹੀਂ ਹੋਣੇ ਚਾਹੀਦੇ,
ਪਰ ਆਤਮ ਸੁਰੱਖਿਆ ਲਈ ਜਿਹੜੀ ਹੈ ਸਾਡੇ ਕੋਲ ਪੂਰੀ ਸ਼ਕਤੀ ਜਿਹੜੀ ਹੋਣੀ ਹੈ ਉਹ ਜ਼ਰੂਰੀ ਹੈ। ਸੋ ਰਫੇਲ ਆ ਰਹੇ ਆ, ਸੋ ਮੁਲਕ ਦਾ ਜਿਹੜਾ ਉਹ ਇੱਕ ਹੌਸਲਾ ਵਧੇਗਾ ਕਿ ਅਸੀਂ ਪੂਰੀ ਤਰ੍ਹਾਂ ਸੁਰੱਖਿਅਤ, ਤਾਂ ਕੋਈ ਸਾਡੇ ਨਾਲ ਟੱਕਰ ਲੈਣ ਦੀ ਜਿਹੜੀ ਕੋਸ਼ਿਸ਼ ਹੈ ਉਹ ਸੋਚ ਸਮਝ ਕੇ ਕਰੇਗਾ। ਬਿਲਕੁਲ। ਇਸ ਦੇ ਨਾਲ ਹੀ ਅਗਲੀ ਖਬਰ ਦੀ ਗੱਲ ਕਰੀਏ ਤਾਂ ਜਲੰਧਰ ਦੀ ਸੜਕਾਂ ਤੇ ਦੌੜ ਰਹੇ ਜਿਹੜੇ ਵੀ ਵਹੀਕਲ ਨੇ, ਚਾਹੇ ਨਵੇਂ ਨੇ ਪੁਰਾਣੇ ਨੇ, ਉਹਨਾਂ ਤੇ ਜੇਕਰ ਹਾਈ ਸਿਕਿਉਰਿਟੀ ਨੰਬਰ ਪਲੇਟ ਨਹੀਂ ਲੱਗੀ ਤਾਂ 2000 ਤੋਂ 3000 ਰੁਪਏ ਜੁਰਮਾਨਾ ਹੋ ਸਕਦਾ ਹੈ। ਔਰ ਇਹਦੀ ਜਿਹੜੀ ਕਵਾਇਦ ਹੈ ਜੁਰਮਾਨਾ ਵਸੂਲਣ ਦੀ, ਇਹ ਅਕਤੂਬਰ ਤੋਂ ਸ਼ੁਰੂ ਹੋ ਜਾਏਗੀ। ਹਾਂਜੀ, ਇਹ ਪੈਸੇ ਤਾਂ ਜਿਹੜਾ ਸਿਕਿਉਰਿਟੀ ਨੰਬਰ ਪਲੇਟਸ ਹੈ ਨਾ ਜੀ, ਇਹ ਪੂਰੇ ਸੂਬੇ ਦੇ ਵਿੱਚ ਲਾਗੂ ਕਰ ਦਿੱਤਾ ਉਹਨਾਂ ਨੇ ਜੀ। ਔਰ ਇਹ ਪਹਿਲਾਂ, ਇਹ ਅੱਜ ਨਹੀਂ ਲਾਗੂ ਹੈ, ਇਹ 5-4 ਸਾਲ ਪਹਿਲਾਂ ਵੀ ਲਾਗੂ ਹੋਇਆ ਸੀ। ਫਿਰ ਉਹ ਜਿਹੜੀ ਪ੍ਰਾਈਵੇਟ ਕੰਪਨੀ ਸੀ ਜਿਹੜੀ ਪਲੇਟਾਂ ਲਾਉਂਦੀ ਸੀ, ਉਹ ਫਿਰ ਭੱਜ ਗਈ, ਵਿੱਚ ਉਹਦਾ ਕੰਟਰੈਕਟ ਟੁੱਟ ਗਿਆ ਔਰ ਲੋਕਾਂ ਨੇ ਪੇਮੈਂਟਸ ਵੀ ਕੀਤੀਆਂ ਹੋਈਆਂ ਸੀ, ਉੱਥੇ ਰਹਿ ਗਈਆਂ। ਪਰ ਹੁਣ ਨਵੇਂ ਸਿਸਟਮ ਦੇ ਮੁਤਾਬਕ ਇਹ ਸਾਰਾ ਆਨਲਾਈਨ ਸਿਸਟਮ ਸਰਕਾਰ ਨੇ ਕੀਤਾ ਹੋਇਆ ਔਰ ਇਹ ਵੈਸੇ ਅੱਛੀ ਗੱਲ ਹੈ। ਸਿਕਿਉਰਿਟੀ ਨੰਬਰ ਪਲੇਟਸ ਨੇ ਆਉਣ ਨਾਲ ਇਹ ਹੈ ਕਿ ਜਿਸ ਵੇਲੇ ਕ੍ਰਾਈਮ ਵਗੈਰਾ ਹੁੰਦੇ ਨੇ, ਸੋ ਉਹਨਾਂ ਨੂੰ ਸੌਖੇ ਤੌਰ ਦੇ ਉੱਤੇ ਪਤਾ ਲੱਗ ਜਾਂਦਾ ਹੈ ਕਿ ਕੀ ਹੁੰਦੇ ਆ, ਨੰਬਰ ਪਲੇਟਸ ਬਦਲੀਆਂ ਨਹੀਂ ਜਾ ਸਕਦੀਆਂ। ਸੋ ਇਹਦੇ ਵਿੱਚ ਇਹ ਹੈ ਕਿ ਸਾਡੇ ਮੁਲਕ ਦੇ ਵਿੱਚ ਸਭ ਤੋਂ ਵੱਡੀ ਗੱਲ ਹੈ ਕਿ ਲੋਕ ਜੁਰਮਾਨੇ ਨਾਲ ਹੀ ਮੰਨਦੇ ਆ। ਜਿੱਦਾਂ 2000 ਤੋਂ ਬਾਅਦ ਇੱਕ ਇਹਨਾਂ ਨੇ ਹੋਰ ਰੱਖਿਆ ਕਿ ਅਗਰ ਫਿਰ ਇੱਕ, ਕਿਉਂਕਿ ਹਲੇ ਉਹਨੂੰ ਵਾਰਨਿੰਗ ਟਾਈਮ ਹਲੇ ਹੈਗਾ, ਥੋੜਾ ਜਿਹਾ ਟਾਈਮ ਰੱਖਿਆ ਉਹਨਾਂ ਨੇ, ਅਕਤੂਬਰ ਡੇਟ ਜਿੱਦਾਂ ਤੁਸੀਂ ਕਿਹਾ ਡੇਟ ਡਿਕਲੇਅਰ ਕੀਤੀ ਹੈ। ਮੈਨੂੰ ਲੱਗਦਾ ਕਿ ਇਹਦੇ ਵਿੱਚ ਲੋਕਾਂ ਨੂੰ ਚਾਹੀਦਾ ਕਿ ਛੇਤੀ ਤੋਂ ਨਿਯਮ ਕੋਈ ਵੀ ਹੋਵੇ, ਨਿਯਮਾਂ ਦਾ ਪਾਲਣ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਜੇ ਨਿਯਮਾਂ ਦਾ ਪਾਲਣ ਕਰਾਂਗੇ ਤਾਂ ਅੱਛੀ ਸੁਸਾਇਟੀ ਬਣੇਗੀ, ਅੱਛੀ ਵਿਵਸਥਾ ਬਣੇਗੀ। ਸੋ ਆਸ ਕਰਦੇ ਹਾਂ ਕਿ ਜਿਹੜੇ ਲੋਕ ਨਵੀਆਂ, ਵੈਸੇ ਤਾਂ ਉਹਨਾਂ ਨੇ ਨਾਲ ਜਿਹੜੇ ਡੀਲਰਸ ਨੂੰ ਵੀ ਕੀਤਾ ਕਿ ਤੁਸੀਂ ਉਹ ਗੱਡੀ ਜਿਹੜੀ ਹੈ ਉਹ ਉਹਨਾਂ ਨੂੰ ਕਰਕੇ ਹੀ ਭੇਜਣੀ ਹੈ। ਸੋ ਦੋਨੋਂ ਪੱਖ ਜਿਹੜੇ ਕਰਨਗੇ, ਕਿਉਂਕਿ ਪੁਰਾਣੀਆਂ ਗੱਡੀਆਂ ਲਈ ਜ਼ਿਆਦਾ ਮੁਸ਼ਕਿਲ ਆਏਗੀ, ਕਿਉਂਕਿ ਪੁਰਾਣੀਆਂ ਗੱਡੀਆਂ ਦੇ ਉੱਤੇ ਵੀ ਉਹ ਜਿਹੜੀ ਹੈ ਕੰਪਲਸਰੀ ਕੀਤਾ। ਸੋ ਅਸੀਂ ਆਸ ਕਰਦੇ ਹਾਂ ਵੀ ਸਾਡਾ ਸਿਸਟਮ ਤੇ ਜਿਹੜਾ ਨਾਗਰਿਕ ਨੇ ਉਹ ਦੋਨੋਂ ਮਿਲ ਕੇ ਜਿਹੜਾ ਇਹ ਸਾਰੇ ਇਹਨੂੰ ਮਿਲਾ ਕੇ ਜਿਹੜਾ ਹੈਗਾ ਔਰ ਇਸ ਨਿਯਮ ਦੀ ਪਾਲਣਾ ਕਰਨਗੇ, ਤਾਂ ਕਿ ਜਿਹੜਾ ਕ੍ਰਾਈਮ ਰੇਟ ਵਿੱਚ ਵੀ ਕਮੀ ਆਵੇ ਔਰ ਜਿਸ ਤਰ੍ਹਾਂ ਵੈਸੇ ਵਹੀਕਲਸ ਚੋਰੀ ਹੋ ਜਾਂਦੇ ਉਦੋਂ ਲੱਭਣ 'ਚ ਵੀ ਸੌਖ ਹੁੰਦੀ ਹੈ। ਸੋ ਇਹ ਅੱਛੀ ਗੱਲ ਹੈ ਕਿ ਜਿਹੜੇ ਨਿਯਮ ਹੈ ਉਹ ਸਖਤੀ ਨਾਲ ਵੀ ਲਾਗੂ ਹੋਣੇ ਚਾਹੀਦੇ ਆ, ਪਰ ਲੋਕਾਂ ਨੂੰ ਚਾਹੀਦਾ ਵੀ ਉਹ ਸਖਤੀ ਵਾਲਾ ਜਿਹੜਾ ਸਿਸਟਮ ਹੈ ਉਹ ਬਣਨ ਹੀ ਨਾ ਦੇਣ ਔਰ ਸਵੇਛਾ ਦੇ ਨਾਲ, ਜਿਹੜਾ ਇੱਛਾ ਦੇ ਨਾਲ ਹੈ, ਉਹ ਇਹਨਾਂ ਕੰਮਾਂ ਨੂੰ ਕਰਨ। ਬਿਲਕੁਲ। ਕਰੋਨਾ ਮਹਾਮਾਰੀ ਤੋਂ ਬਾਅਦ ਜਾਂ ਫਿਰ ਕਹੀਏ ਕਿ ਨਾਲ ਹੀ ਹੈਜ਼ੇ ਤੇ ਮਲੇਰੀਆ ਦਾ ਖਤਰਾ ਵੀ ਜਿਹੜਾ ਮੰਡਰਾ ਰਿਹਾ ਹੈਗਾ ਔਰ ਸ਼ਹਿਰ ਦੇ ਨਗਰ ਨਿਗਮ ਨੇ ਚੇਤਾਵਨੀ ਦਿੰਦੇ ਹੋਏ ਕਿਹਾ, ਹੈਲਥ ਟੀਮ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਜੇਕਰ ਗੰਦਗੀ ਫੈਲਾਉਂਦੇ ਹੋਏ ਫੜੇ ਗਏ ਜਾਂ ਗੰਦਗੀ ਕਿਤੇ ਉਹਨਾਂ ਨੇ ਦੇਖੀ ਤਾਂ 5000 ਰੁਪਏ ਜੁਰਮਾਨਾ ਲਾਇਆ ਜਾਏਗਾ। ਯਾਨੀ ਕਿ ਗੰਦਗੀ ਨੂੰ ਲੈ ਕੇ ਵੀ ਪ੍ਰਸ਼ਾਸਨ ਜਿਹੜਾ ਸਖਤ ਹੋ ਰਿਹਾ। ਹਾਂ ਦੇਖੋ, ਅੱਛੀ ਗੱਲ ਹੈ, ਸਵੱਛਤਾ ਦੇ ਨਾਲ ਜੁੜੀ ਹੈ। ਸਾਡਾ ਭਾਰਤ ਦੇ ਵਿੱਚ ਤਾਂ ਪੂਰਾ ਸਵੱਛ ਭਾਰਤ ਅਭਿਆਨ ਬੜੀ ਲੰਬਾ ਸਮਾਂ ਚੱਲਿਆ, ਪਰ ਫਿਰ ਮੈਂ ਉਹੀ ਗੱਲ ਕਰਾਂਗੀ, ਗੱਲ ਜੁਰਮਾਨਿਆਂ ਦੇ ਅੱਗੇ ਰੁਕਦੀ ਹੈ। ਸਾਡੀ ਸੁਸਾਇਟੀ ਨੂੰ, ਜਿਹੜੀ ਸੁਸਾਇਟੀ ਦੀ ਅਪਲਿਫਟਮੈਂਟ ਹੋਣੀ ਚਾਹੀਦੀ ਹੈ। ਹੁਣ ਜਿੱਦਾਂ ਕਰੋਨਾ ਵਿੱਚ ਵੀ ਬਹੁਤ ਸਖਤ ਜਿਹੜੇ ਉਹਨਾਂ ਨੇ ਲਾਅ ਬਣਾਏ ਨੇ ਕਿ ਜਿਹੜਾ ਸੜਕ ਤੇ ਥੁੱਕੇਗਾ ਉਹਦੇ ਹੋਵੇਗਾ, ਪਰ ਦੇਖਣ ਵਿੱਚ ਆਉਂਦਾ ਕਿ ਕਈ ਵਾਰੀ ਲੋਕ ਮੰਨਦੇ ਨਹੀਂ। ਸੋ ਵੱਡੇ ਜੁਰਮਾਨੇ ਜਿਹੜੇ ਹੈਗੇ, ਦੁਨੀਆ ਦੇ ਜਿਹੜੇ ਵਿਕਸਿਤ ਦੇਸ਼ਾਂ ਦੀ ਗੱਲ ਕਰਦੇ ਹਾਂ, ਅਮਰੀਕਾ ਕੈਨੇਡਾ ਦੀ ਗੱਲ ਕਰਦੇ ਹਾਂ, ਉੱਥੇ ਜੁਰਮਾਨਿਆਂ ਦਾ ਡੰਡਾ ਹੀ ਹੈ। ਉੱਥੇ ਜਦੋਂ $100 $200 ਦੀ ਟਿਕਟ ਲੱਗਦੀ ਹੈ, ਲੋਕਾਂ ਦੇ ਧਿਆਨ 'ਚ ਰਹਿੰਦਾ ਕਿ ਇਹ ਹੋ ਜਾਣਾ। ਸੋ ਸਾਡੇ ਮੁਸ਼ਕਲ ਇਹ ਹੈ ਕਿ ਪੋਲੀਟੀਕਲ ਸਿਸਟਮ ਆ ਜਾਂਦਾ, ਜਿਸ ਵੇਲੇ ਉਹ ਜੁਰਮਾਨਾ ਕਰਦੇ ਨੇ ਮਗਰ ਹੀ ਕਿਸੇ ਪੋਲੀਟੀਸ਼ੀਅਨ ਦਾ ਫੋਨ ਆ ਜਾਂਦਾ ਕਿ ਮੇਰਾ ਬੰਦਾ ਛੱਡ ਦਿਓ। ਸੋ ਮੈਨੂੰ ਲੱਗਦਾ ਵੀ ਇਹਨਾਂ ਚੀਜ਼ਾਂ ਨੂੰ ਬਦਲਣਾ ਚਾਹੀਦਾ, ਕਿਉਂਕਿ ਜੇ ਅਸੀਂ ਇਹ ਬਦਲਾਵ ਲਿਆਵਾਂਗੇ, ਇਹ ਅੱਛੀ ਗੱਲ ਹੈ ਜਿਹੜੇ ਜੁਰਮਾਨੇ ਕਰਨੇ ਆ, ਕਿਉਂਕਿ ਅਸੀਂ ਇਹ ਆਪਣੇ ਲਈ ਕਰਨਾ ਹੈਗਾ। ਸੋ ਇਹ ਬਹੁਤ ਵਧੀਆ ਗੱਲ ਹੈ ਕਿ 5000 ਜੁਰਮਾਨਾ, ਪਰ ਮੈਂ ਫਿਰ ਜਿਹੜਾ ਕਹਿਣਾ ਚਾਹੂੰਗਾ ਕਿ ਸਾਨੂੰ ਲੋਕਾਂ ਨੂੰ ਚਾਹੀਦਾ ਕਿ ਅਸੀਂ ਨਗਰ ਨਿਗਮ ਨੂੰ ਇਸ ਗੱਲ ਦਾ ਮੌਕਾ ਨਾ ਦਈਏ। ਔਰ ਜਿਹੜਾ ਤੁਸੀਂ ਗੱਲ ਕਰ ਰਹੇ ਸੀ ਹੈਜਾ ਮਲੇਰੀਆ ਦਾ ਖਤਰਾ, ਕਿਉਂਕਿ ਜਦੋਂ ਇਹ ਮੌਸਮ ਜਦੋਂ ਆਉਂਦਾ ਬਰਸਾਤ ਦਾ, ਇਹਦੇ ਨਾਲ ਹੈਜਾ, ਮਲੇਰੀਆ, ਡੇਂਗੂ, ਇਸ ਕਿਸਮ ਦੀਆਂ ਕਈ ਬਿਮਾਰੀਆਂ ਆਉਂਦੀਆਂ ਔਰ ਇਸ ਵੇਲੇ ਅਸੀਂ ਕਰੋਨਾ 'ਚੋਂ ਲੰਘ ਰਹੇ ਹਾਂ ਔਰ ਅਗਰ ਕਰੋਨਾ ਦੇ ਨਾਲ ਐਸੀਆਂ ਬਿਮਾਰੀਆਂ ਆਉਂਦੀਆਂ ਤਾਂ ਸਾਡੇ ਲਈ ਹੋਰ ਮੁਸੀਬਤ ਵੱਧ ਜਾਏਗੀ। ਸੋ ਇਸ ਕਰਕੇ ਲੋਕਾਂ ਨੂੰ ਚਾਹੀਦਾ ਹੈ ਕਿ ਨਗਰ ਨਿਗਮ ਨੂੰ ਇੱਦਾਂ ਦੀ ਤਿਆਰੀ ਕਰ ਲੈਣ ਕਿ ਨਗਰ ਨਿਗਮ ਔਰ ਸਾਡੇ ਵਿੱਚ ਇੱਦਾਂ ਦਾ ਯੁੱਧ ਹੋਵੇ ਕਿ ਨਗਰ ਨਿਗਮ ਕਹੇ ਮੈਂ ਜੁਰਮਾਨਾ ਲਾਉਣਾ ਤੇ ਅਸੀਂ ਕਹੀਏ ਕਿ ਅਸੀਂ ਜੁਰਮਾਨਾ ਲਾਉਣ ਦਾ ਮੌਕਾ ਨਹੀਂ ਦੇਣਾ। ਇਸ ਕਿਸਮ ਦਾ ਜਿਹੜਾ ਸਾਨੂੰ ਲੋਕਾਂ ਨੂੰ ਇੱਕ ਜਿਹੜਾ ਨਿਸ਼ਠਾ ਕਰਨੀ ਚਾਹੀਦੀ। ਬਿਲਕੁਲ। ਸਾਹਿਤ ਦੀ ਦੁਨੀਆ ਦੇ ਵਿੱਚ ਬੁੱਕਰ ਪ੍ਰਾਈਜ਼ ਬਹੁਤ ਵੱਡਾ ਇੱਕ ਸਨਮਾਨ ਮੰਨਿਆ ਜਾਂਦਾ ਔਰ ਦੁਨੀਆ ਭਰ ਦੇ 13 ਲੇਖਕ ਇਸ ਸਾਲ ਇਸ ਦੌੜ ਦੇ ਵਿੱਚ ਸ਼ਾਮਲ ਨੇ। ਸੁਖਦ ਖਬਰ ਇਹ ਹੈ ਕਿ ਇਹਦੇ ਵਿੱਚ 9 ਔਰਤਾਂ ਨੇ ਔਰ ਉਹਦੇ ਵਿੱਚੋਂ ਇੱਕ ਮਹਿਲਾ ਜਿਹੜੀ ਹੈਗੀ ਆ ਉਹ ਭਾਰਤੀ ਮੂਲ ਦੀ। ਹਾਂਜੀ, ਇਹ ਬਹੁਤ ਅੱਛੀ ਗੱਲ ਹੈ, ਬੜੀ ਖੁਸ਼ੀ ਦੀ ਗੱਲ ਹੈ, ਕਿਉਂਕਿ ਸਾਡੀਆਂ ਜਿਹੜੀ ਸਾਡਾ ਮੁਲਕ ਹੈ ਉਹ ਮਹਿਲਾ ਸਸ਼ਕਤੀਕਰਨ ਦੀ ਗੱਲ ਕਰ ਰਿਹਾ, ਵਿਮਨ ਇੰਪਾਵਰਮੈਂਟ ਦੇ ਉੱਤੇ ਬਹੁਤ ਸਾਰੇ ਸਾਡੇ ਪ੍ਰੋਗਰਾਮਸ ਨੇ। ਔਰ ਐਸੀ ਗੱਲ ਵੀ ਨਹੀਂ, ਸਾਡੀਆਂ ਜਿਹੜੀਆਂ ਭਾਰਤ ਦੀਆਂ ਜਿਹੜੀਆਂ ਔਰਤਾਂ ਨੇ, ਉਹ ਮਹਿਲਾਵਾਂ ਨੇ, ਉਹਨਾਂ ਨੇ ਬਹੁਤ ਵੱਡੇ ਮਾਣ ਮੱਤੇ ਹਾਸਲ ਕੀਤੇ ਇੰਟਰਨੈਸ਼ਨਲ ਲੈਵਲ ਤੇ। ਹੁਣ ਤਾਂ ਫੌਜ 'ਚ ਵੀ ਉਹਨਾਂ ਨੂੰ ਪੱਕਾ ਕਮਿਸ਼ਨ ਮਿਲ ਗਿਆ ਹੈਗਾ। ਸੋ ਇਸ ਕਿਸਮ ਦਾ ਹਰ ਖੇਤਰ ਦੇ ਵਿੱਚ, ਸਾਹਿਤ ਦੇ ਖੇਤਰ ਵਿੱਚ ਤਾਂ ਸਾਡੀਆਂ ਮਹਿਲਾਵਾਂ ਨੇ ਬਹੁਤ ਵੱਡੇ ਅਚੀਵਮੈਂਟਸ ਕੀਤੀਆਂ ਹੈਗੀਆਂ। ਸੋ ਬੁੱਕਰ ਦੇ ਵਿੱਚ ਜਿਹੜੀ ਗੱਲ ਆਉਂਦਾ ਸਾਡੇ ਲਈ ਬਹੁਤ, ਕਿਉਂਕਿ ਅਵਨੀ ਦੋਸ਼ੀ ਆ ਲੜਕੀ ਦਾ ਨਾਂ, ਔਰ ਉਹਨੇ ਇੱਕ ਜਿਹੜਾ ਮੈਮਰੀ ਲਾਸ ਦੇ ਉੱਤੇ ਜਿਹੜੀ ਉਹਦੀ ਕਿਸੇ ਮਦਰ ਦੀ ਔਰ ਜਿਹੜੀ ਹੈਗੀ ਆ ਉਹ ਕੀ ਕਹਿੰਦੇ ਗਰਲ ਇਨ ਵਾਈਟ ਕਾਟਨ, ਇਹ ਹਿੰਦੀ 'ਚ ਛਪੀ ਸੀ ਵੈਸੇ, ਹੁਣ ਨਵਾਂ ਉਹਦਾ ਕੋਈ ਬਰਨਿੰਗ ਸ਼ਾਇਦ ਇਸ ਕਰਕੇ ਟਾਈਟਲ ਆ ਉਹਦਾ। ਸੋ ਉਹਨੂੰ ਲੈ ਕੇ ਜਿਹੜਾ ਇਹ ਸਾਡੇ ਲਈ ਬਹੁਤ ਖੁਸ਼ੀ ਦੀ ਗੱਲ ਹੈ। ਵੈਸੇ ਜਿਹੜੀ ਅਵਨੀ ਦੋਸ਼ੀ ਹੈ ਉਹ ਵੀ ਅਮਰੀਕੀ ਮੂਲ ਦੀ ਭਾਰਤੀ ਹੈ, ਅੱਜ ਕੱਲ੍ਹ ਦੁਬਈ 'ਚ ਰਹਿ ਰਹੀ ਹੈ। ਸੋ ਅਸੀਂ ਉਹਨੂੰ ਸ਼ੁਭਕਾਮਨਾਵਾਂ ਦੇਵਾਂਗੇ, ਕਿਉਂਕਿ ਨਵੰਬਰ ਦੇ ਵਿੱਚ ਇਹਦਾ ਰਿਜ਼ਲਟ ਆਉਣਾ ਤੇ ਅਸੀਂ ਉਹਨੂੰ ਸ਼ੁਭਕਾਮਨਾਵਾਂ ਦੇਵਾਂਗੇ। ਆਸ ਕਰਾਂਗੇ ਕਿ ਉਹਦਾ ਜਿਹੜਾ ਨਾਵਲ ਹੈ ਉਹ ਬੁੱਕਰ ਪ੍ਰਾਈਜ਼ ਵਿਨਰ ਬਣੇ ਤੇ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੋਏ। ਬਿਲਕੁਲ। ਇਸ ਦੇ ਨਾਲ ਹੀ ਪ੍ਰੋਗਰਾਮ ਖਾਸ ਖਬਰ ਇੱਕ ਨਜ਼ਰ ਦਾ ਸਮਾਂ ਇੱਥੇ ਸਮਾਪਤ ਹੋ ਰਿਹਾ। ਰਾਕੇਸ਼ ਸ਼ਾਂਤੀਦੂਤ ਜੀ, ਪ੍ਰੋਗਰਾਮ ਦੇ ਵਿੱਚ ਤੁਹਾਡਾ ਆਉਣ ਲਈ ਬਹੁਤ ਸ਼ੁਕਰੀਆ। ਤੁਹਾਡਾ ਵੀ ਬਹੁਤ ਧੰਨਵਾਦ। ਤੇ ਇਸ ਨਾਲ ਹੀ ਮੈਨੂੰ ਵੰਦਨਾ ਖੰਨਾ ਨੂੰ ਤੇ ਸਾਡੇ ਮਾਹਿਰ ਮਹਿਮਾਨ ਰਾਕੇਸ਼ ਸ਼ਾਂਤੀਦੂਤ ਨੂੰ ਦਿਓ ਇਜਾਜ਼ਤ। ਧੰਨਵਾਦ।